आप लिहो तुम कथा सुधारी। सतनाम श्री वाहिगुरु साहिब जी। ਇਹ ਆਛੀ ਤਰ ਦਾ ਵਿਚਾਰੀ, ਏਕ ਸਰਾਪ ਰਾਖਿਓ ਇਸ ਬਾਰੀ। ਆਪਣੋ ਭਲੋ ਸਕਲ ਹੀ ਕੀਨਾ, ਗੁਰ ਮਹਿਮਾ ਮਹਿ ਰਹਿਓ ਪ੍ਰਬੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ। ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਭਾਈ ਭਗਤੂ ਦੇ ਪੁੱਤਰ ਭਾਈ ਗੋਰੇ 'ਤੇ ਗੁਰੂ ਸਾਹਿਬ ਜੀ ਨਾਰਾਜ਼ ਸਨ, ਕਿਉਂਕਿ ਉਸਨੇ ਮਹਾਰਾਜ ਦੇ ਚੌਰ ਬਰਦਾਰ ਭਾਈ ਜੱਸੇ ਦਾ ਕਤਲ ਕਰ ਦਿੱਤਾ ਸੀ, ਔਰ ਛੋਟੀ ਜਿਹੀ ਗੱਲ ਤੋਂ ਹੀ ਇਹ ਨਾਰਾਜ਼ਗੀ ਹੋਈ ਸੀ। ਜਦੋਂ ਕਤਲ ਹੋ ਗਿਆ ਤਾਂ ਗੁਰੂ ਸਾਹਿਬ ਜੀ ਨੇ 101 ਸਰਾਪ ਦਿੱਤੇ, ਗੋਰੇ ਨੂੰ ਵੀ ਸਾਡੇ ਮੱਥੇ ਨਾ ਲੱਗੇ, ਸਾਡੇ ਦਰਸ਼ਨ ਨਾ ਕਰੇ, ਨਾ ਅਸੀਂ ਇਸ ਨੂੰ ਦਰਸ਼ਨ ਦੇਣੇ ਹਨ। ਤਾਂ ਉਸ ਵੇਲੇ ਸਾਧ ਸੰਗਤ ਜੀ, ਭਾਈ ਗੋਰਾ ਗੁਰੂ ਸਾਹਿਬ ਜੀ ਦੇ ਪੜਾਂ ਤੋਂ ਇੱਕ ਕੋਹ ਦੀ ਵਾਟ 'ਤੇ ਆਪਣੀ ਫੌਜ ਸਮੇਤ ਬੈਠਾ ਰਿਹਾ। ਜਦੋਂ ਸਤਿਗੁਰੂ ਜੀ ਮਾਲਵੇ ਵੱਲ ਗਏ ਹਨ, ਪਿੱਛੇ ਪਿੱਛੇ ਭਾਈ ਗੋਰਾ ਆਪਣੀ ਵਹੀਰ ਲੈ ਕੇ ਗਿਆ ਅਤੇ ਸਤਲੁਜ ਦੇ ਕੰਢੇ 'ਤੇ ਜਲੰਧਰ ਵਾਲੇ ਪਾਸਿਓਂ ਜਾਂ ਲਾਹੌਰ ਵਾਲੇ ਪਾਸਿਓਂ ਕੋਈ ਅਫਸਰ ਦਿੱਲੀ ਨੂੰ ਜਾਂਦਾ ਹੋਇਆ ਫੌਜਾਂ ਸਮੇਤ, ਜੋ ਮੁਗਲ ਸਿੱਖਾਂ ਦਾ ਪੋਤਰਾ ਸੀ, ਆਪਣੇ ਦਾਦੇ ਦਾ ਬਦਲਾ ਲੈਣ ਵਾਸਤੇ ਗੁਰੂ ਕੇ ਪਰਿਵਾਰਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਲੱਗਾ। ਜਦੋਂ ਗੁਰੂ ਕੇ ਵਹੀਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੂਰਬੀਰ ਯੋਧੇ ਭਾਈ ਗੋਰੇ ਨੇ ਆਪਣੇ ਬਰਾੜ ਸਾਥੀਆਂ ਸਮੇਤ ਉਸ ਦਾ ਬੜਾ ਤਗੜਾ ਮੁਕਾਬਲਾ ਕੀਤਾ ਅਤੇ ਉਹਨਾਂ ਨੂੰ ਮਾਰ ਕੇ ਭਜਾਇਆ। ਗੁਰੂ ਸਾਹਿਬ ਜੀ ਮਹਾਰਾਜ ਨੇ ਕੋਲ ਬੁਲਾ ਕੇ ਭਾਈ ਗੋਰੇ ਦੇ ਸਾਰੇ ਹੀ ਸਰਾਪ ਜਿਹੜੇ ਦਿੱਤੇ ਸਨ ਉਹ ਸਾਰੇ ਹੀ ਬਖਸ਼ ਦਿੱਤੇ ਹਨ। ਭਾਈ ਗੋਰੇ ਨੇ ਕਿਹਾ, ਮਹਾਰਾਜ ਇੱਕ ਫਾਹੇ ਲੱਗਣ ਦਾ ਜਿਹੜਾ ਬਚਨ ਹੈ ਉਹ ਰਹਿਣ ਦਿਓ, ਤਾਂ ਕਿ ਸੰਗਤਾਂ ਇਹ ਨਾ ਕਹਿਣ ਕੱਲ੍ਹ ਨੂੰ ਵੀ ਗੁਰੂ ਦੇ ਬਚਨ ਸਾਰੇ ਹੀ ਖਾਲੀ ਜਾਂਦੇ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਨੂੰ ਕਹਿ ਰਹੇ ਆ ਵੀ ਤੂੰ ਧੰਨ ਹੈ ਜਿਸ ਨੂੰ ਗੁਰੂ ਦੇ ਬਚਨਾਂ ਦਾ ਇਤਨਾ ਫਿਕਰ ਹੈ। ਆਓ ਪ੍ਰੇਮ ਨਾਲ ਸਰਵਣ ਕਰੀਏ ਇਸ ਤੋਂ ਅਗਲੀ ਕਥਾ। ਸਾਰੀ ਸੰਗਤ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਆਛੀ ਤਰ ਦਾ ਵਿਚਾਰੀ। ਸਤਿਗੁਰੂ ਕਹਿੰਦੇ, ਭਾਈ ਗੋਰਾ ਇਹ ਤੂੰ ਭਲਾ ਕੀਤਾ ਹੈ, ਚੰਗੀ ਵਿਚਾਰ ਕੀਤੀ ਆਪਣੇ ਮਨ ਦੇ ਵਿੱਚ। ਏਕ ਸਰਾਪ ਰਾਖਿਓ ਇਸ ਬਾਰੀ। ਜਿਹੜੇ ਸਾਡੇ 101 ਸਰਾਪਾਂ ਵਿੱਚੋਂ ਇਹ ਫਾਹੇ ਲੱਗਣ ਵਾਲਾ ਸਰਾਪ ਜਿਹੜਾ ਤੂੰ ਰੱਖ ਲਿਆ ਹੈ। ਆਪਣੋ ਭਲੋ ਸਕਲ ਹੀ ਕੀਨਾ। ਤੂੰ ਆਪਣਾ ਭਲਾ ਕਰ ਲਿਆ ਹੈ, ਕਿਉਂਕਿ ਸਿੱਖ ਦਾ ਭਲਾ ਗੁਰੂ ਦੇ ਬਚਨਾਂ ਵਿੱਚ ਹੀ ਹੁੰਦਾ ਹੈ। ਸਿੱਖ ਦਾ ਭਲਾ ਹੋਰ ਦੁਨੀਆ ਦੀ ਕੋਈ ਤਾਕਤ ਨਹੀਂ ਕਰ ਸਕਦੀ। ਸਿੱਖ ਦਾ ਭਲਾ ਗੁਰੂ ਕਰਦਾ ਹੈ ਅਤੇ ਗੁਰੂ ਦੇ ਬਚਨ ਕਰਦੇ ਹਨ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਮਹਾਰਾਜ ਸਤਿਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ, ਭਾਈ ਤੂੰ ਗੁਰੂ ਦਾ ਬਚਨ ਕਮਾਇਆ ਹੈ, ਲੋਕ ਪਰਲੋਕ ਗੁਰੂ ਤੇਰੇ ਅੰਗ ਸੰਗ ਰਵੇਗਾ। ਗੁਰ ਮਹਿਮਾ ਮਹਿ ਰਹਿਓ ਪ੍ਰਬੀਨਾ। ਤੂੰ ਗੁਰੂ ਦੀ ਮਹਿਮਾ ਵਿੱਚ ਸਿਆਣਾ ਹੈ, ਤੈਨੂੰ ਗੁਰੂ ਦੀ ਮਹਿਮਾ ਦਾ ਪਤਾ ਹੈ। ਫਾਹੀ ਮੌਤ ਜੋ ਰਾਖਨ ਕਰੀ। ਜੋ ਤੂੰ ਫਾਹੀ ਲੈਣ ਦੀ ਮੌਤ ਮੰਗੀ ਹੈ ਵੀ ਅਖੀਰਲੇ ਸਮੇਂ ਫਾਹੇ ਲੱਗ ਕੇ ਮਰਾਂ, ਗੁਰੂ ਦਾ ਬਚਨ ਪੂਰਾ ਹੋ ਜਾਵੇ। ਸੋ ਪੀ ਹੋਏ ਸੁਖੇਨ ਤਿਸ ਘਰੀ। ਮਹਾਰਾਜ ਕਹਿੰਦੇ ਉਹ ਵੀ ਘੜੀ ਸੌਖੀ ਆਵੇਗੀ, ਭਾਵ ਫਾਹੇ ਲੱਗਿਆਂ ਵੀ ਤੈਨੂੰ ਕਸ਼ਟ ਨਹੀਂ ਹੋਵੇਗਾ, ਸੌਖੇ ਤੇਰੇ ਪ੍ਰਾਣ ਨਿਕਲ ਜਾਣਗੇ। ਮਰਹਿ ਸੁਛੰਦ ਪਾਏ ਗਰਫਾਹੀ। ਗਲ 'ਚ ਫਾਹੀ ਤਾਂ ਪਵੇਗੀ, ਪਰ ਮੌਤ ਤੇਰੀ ਜਿਹੜੀ ਹੈ ਉਹ ਸੁਛੰਦੀ ਹੋਵੇਗੀ, ਸੁਭਾਵਕ ਹੀ ਹੋਵੇਗੀ, ਕਸ਼ਟਦਾਇਕ ਪੀੜਾਦਾਇਕ ਮੌਤ ਨਹੀਂ ਹੋਵੇਗੀ। ਅਪਰ ਬਹਾਨਾ ਕੋ ਬਨ ਜਾਹੀ। ਕੋਈ ਹੋਰ ਬਹਾਨਾ ਬਣ ਜਾਏਗਾ ਜਿਹਦੇ ਨਾਲ ਤੇਰੀ ਮੌਤ ਸੌਖੀ ਹੋ ਜਾਏਗੀ। ਇਮ ਬਖਸ਼ਿਓ ਨਿਜ ਨਿਕਟ ਬਿਠਾਇਓ। ਇਸ ਤਰ੍ਹਾਂ ਕੋਲ ਬਿਠਾ ਲਿਆ ਗੋਰੇ ਨੂੰ, ਤੇ ਜਿਹੜੇ ਉਸ ਨੂੰ ਸ਼ਰਾਪ ਦਿੱਤੇ ਸੀ ਸਾਰੇ ਹੀ ਸਤਿਗੁਰੂ ਜੀ ਨੇ ਬਖਸ਼ ਦਿੱਤੇ ਹਨ। ਕੇਤਕ ਘਾਵ ਲਗਿਓ ਦਰਸਾਇਓ। ਭਾਈ ਗੋਰੇ ਦੇ ਸਰੀਰ ਤੇ ਬਹੁਤ ਸਾਰੀਆਂ ਸੱਟਾਂ ਲੱਗੀਆਂ ਹੋਈਆਂ ਸਨ, ਤਲਵਾਰਾਂ, ਬਰਛੇ ਅਤੇ ਤੀਰਾਂ ਦੇ ਨਿਸ਼ਾਨ ਸਨ। ਗੁਰੂ ਸਾਹਿਬ ਜੀ ਨੇ ਆਪ ਆਪਣੇ ਕੋਲ ਬਿਠਾ ਕੇ ਉਹਦੇ ਜ਼ਖਮ ਪੂੰਝੇ ਹਨ।
ਮਲਮ ਪੱਟੀ ਕਰਾਈ ਹੈ। ਕਿਤਕ ਸਿੱਖ ਕਾਇਲ ਕੈ ਮਰੇ। ਕੁਝ ਸਿੱਖ ਜ਼ਖਮੀ ਹੋ ਗਏ ਸਨ, ਕੁਝ ਸ਼ਹੀਦ ਹੋ ਗਏ ਸਨ। ਮਹਾਰਾਜ ਨੇ ਪੁੱਛਿਆ ਹੈ ਗੋਰੇ ਕੋਲੋਂ, ਹਤੇ ਤੁਰਕ ਕੇਤਕ ਜੇ ਅਰੇ। ਦੱਸ ਭਾਈ ਕਿੰਨੇ ਕੁ ਤੁਰਕ ਮਾਰੇ ਗਏ ਤੇ ਕਿੰਨੇ ਕੁ ਆਪਣੇ ਯੋਧੇ ਸ਼ਹੀਦ ਹੋਏ ਹਨ। ਹਾਥ ਜੋੜ ਗੌਰਾ ਪੁਨ ਕਹੈ। ਹੱਥ ਜੋੜ ਕੇ ਗੋਰੇ ਨੇ ਬੇਨਤੀ ਕੀਤੀ, ਜਿਸ ਕੋ ਰੱਖੋ ਸੋ ਜਗ ਰਹੈ। ਮਹਾਰਾਜ ਜਿਸ ਨੂੰ ਤੁਸੀਂ ਰੱਖਦੇ ਹੋ ਨਾ ਉਹ ਸੰਸਾਰ ਤੇ ਰਹਿੰਦਾ ਹੈ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਮਾਰਾ ਰੱਖੈ ਏਕੋ ਆਪ, ਮਾਨੁਖ ਕੈ ਕਛ ਨਾਹੀ ਹਾਥ। ਬੰਦੇ ਦੇ ਵੱਸ ਕੁਛ ਨਹੀਂ ਮਹਾਰਾਜ, ਸਾਰੀ ਖੇਡ ਆਪ ਜੀ ਦੇ ਹੁਕਮ ਵਿੱਚ ਚੱਲਦੀ ਹੈ। ਜਿਸ ਕੋ ਮਾਰੋ ਸੋ ਮਰ ਜਾਏ। ਜਿਹਨੂੰ ਤੁਸੀਂ ਮਾਰਦੇ ਹੋ ਮਹਾਰਾਜ ਉਹ ਮਰ ਜਾਂਦਾ ਹੈ। ਇਹਰਾ ਵਰ ਕੀ ਸਰਬ ਰਜ਼ਾਏ। ਤੇ ਜਿਸ ਨੂੰ ਬਚਾਉਂਦੇ ਹੋ ਉਸ ਨੂੰ ਕੋਈ ਮਾਰ ਨਹੀਂ ਸਕਦਾ। ਇਹ ਸਭ ਕੁਝ ਤੁਹਾਡੀ ਰਜ਼ਾ ਵਿੱਚ, ਤੁਹਾਡੇ ਹੁਕਮ ਵਿੱਚ ਹੁੰਦਾ ਹੈ ਸਤਿਗੁਰੂ ਜੀ। ਕਹੋ ਕਹਾਂ ਮੈਂ ਆਪ ਅਗਾਰੀ। ਮਹਾਰਾਜ ਮੈਂ ਆਪ ਜੀ ਦੇ ਅੱਗੇ ਕੀ ਬਿਆਨ ਕਰਾਂ, ਕੀ ਦੱਸਾਂ। ਕਾਰਨ ਕਰਨ ਏਕ ਤਮ ਭਾਰੀ। ਕਾਰਨ ਕਰਨ ਸਮਰੱਥ ਤੁਸੀਂ ਹੋ ਮਹਾਰਾਜ, ਸਭ ਕੁਝ ਤੁਹਾਡੇ ਹੁਕਮ ਵਿੱਚ ਹੈ। ਸਾਦਰ ਦੇਖ ਗੁਰੂ ਨਿਜ ਹਾਥ। ਸਤਿਗੁਰੂ ਜੀ ਨੇ ਆਪਣੇ ਹੱਥੀਂ ਭਾਈ ਗੋਰੇ ਦਾ ਸਰੀਰ ਦੇਖਿਆ, ਉਹਦੇ ਜ਼ਖਮਾਂ ਨੂੰ ਵੇਖਿਆ ਤੇ ਆਪ ਉਹਦੀ ਮਲਮ ਪੱਟੀ ਕੋਲ ਖੜ ਕੇ ਕਰਵਾਈ ਹੈ। ਮੁਖ ਤੇ ਤੂਲ ਪਹੁੰਚ ਪਟ ਸਾਥ। ਆਪ ਕੱਪੜੇ ਦੇ ਨਾਲ ਹਜੂਰੀਏ ਦੇ ਨਾਲ ਸਤਿਗੁਰੂ ਜੀ ਨੇ ਭਾਈ ਗੋਰੇ ਦੇ ਚਿਹਰੇ ਤੇ ਪਈ ਹੋਈ ਮਿੱਟੀ ਘਟਾ, ਜਿਹੜਾ ਜੰਗ ਦੇ ਮੈਦਾਨ ਵਿੱਚ ਘੋੜਿਆਂ ਦੇ ਪੈਰਾਂ ਨਾਲ ਉੱਡ ਕੇ ਧੂੜ ਜਮੀ ਹੋਈ ਸੀ ਨਾ ਦਾੜੇ ਤੇ, ਦਸਤਾਰ ਤੇ, ਕੱਪੜਿਆਂ ਤੇ, ਚਿਹਰੇ ਤੇ, ਉਹ ਮਹਾਰਾਜ ਨੇ ਆਪ ਝਾੜੀ ਹੈ ਗੁਰੂ ਹਰਿਰਾਏ ਸਾਹਿਬ ਜੀ ਨੇ। ਪਤੋ ਮਹਾ ਅਪਰਾਧੀ ਜੋਏ। ਜਿਹੜਾ ਬਹੁਤ ਵੱਡਾ ਅਪਰਾਧੀ ਸੀ, ਗੁਨਾਹਗਾਰ ਸੀ, ਬੜਾ ਦੋਸ਼ੀ ਬੰਦਾ ਸੀ, ਗੁਰੂ ਮਹਾਰਾਜ ਦਾ ਸਿੱਖ ਉਹਨੇ ਮਾਰਿਆ ਸੀ। ਨਿਜ ਸੇਵਕ ਲਖ ਬਖਸ਼ਿਓ ਸੋਏ। ਪਰ ਆਪਣਾ ਸੇਵਕ ਜਾਣ ਕੇ ਮਾਫ ਵੀ ਕਰ ਦਿੱਤਾ। ਗੁਰੂ ਬਖਸ਼ਿੰਦ ਵੀ ਬੜਾ ਹੈ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਸਦਾ ਹੀ ਬਖਸ਼ਣ ਵਾਲ ਸਤਿਗੁਰੂ ਮਹਾਰਾਜ ਨੇ ਭਾਈ ਗੋਰੇ ਦਾ ਉਹ ਗੁਨਾਹ ਜਿਹੜਾ ਉਹਦੇ ਕੋਲ ਹੋਇਆ ਸੀ, ਗੁੱਸੇ 'ਚ ਆ ਕੇ ਉਹਨੇ ਭਾਈ ਜੱਸੇ ਦਾ ਕਤਲ ਕਰਤਾ ਸੀ। ਉਸ ਕਰਕੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਨੇ ਉਹਦੀ ਭੁੱਲ ਹੁਣ ਮਾਫ ਕਰ ਦਿੱਤੀ ਹੈ। ਸਭ ਡੇਰਾ ਨਿਜ ਨਿਕਟ ਮੰਗਾਇਓ। ਤੇ ਉਹਦਾ ਸਾਰਾ ਡੇਰਾ, ਉਹਦੀ ਸਾਰੀ ਫੌਜ ਗੁਰੂ ਸਾਹਿਬ ਜੀ ਨੇ ਆਪਣੇ ਡੇਰੇ ਦੇ ਵਿੱਚ ਬੁਲਾ ਲਈ ਹੈ। ਆਪਣੀ ਛਾਉਣੀ ਦੇ ਵਿੱਚ ਰਹਿਣ ਦਾ ਹੁਕਮ ਦਿੱਤਾ ਹੈ। ਸੈਨ ਆਪਣੀ ਬਿਖੈ ਮਿਲਾਇਓ। ਭਾਈ ਗੋਰੇ ਦੀ ਸੈਨਾ ਨੂੰ ਵੀ ਆਪਣੀ ਸੈਨਾ ਦੇ ਵਿੱਚ ਸ਼ਾਮਲ ਕਰ ਲਿਆ ਵੀ ਤੁਸੀਂ ਇਕੱਠੇ ਰਹੋ। ਹਾਂਜੀ, ਹਰਖਿਓ ਗੌਰਾ ਗੁਰ ਕਰਨਾ ਤੇ ਭਾਈ ਗੋਰਾ ਗੁਰੂ ਸਾਹਿਬ ਦੀ ਕਿਰਪਾ ਪਾ ਕੇ ਖੁਸ਼ ਵੀ ਬੜਾ ਹੋਇਆ। ਉਹਨੂੰ ਬੜਾ ਚਾਅ ਚੜਿਆ ਵੀ ਸਤਿਗੁਰੂ ਜੀ ਨੇ ਮੈਨੂੰ ਬਖਸ਼ ਦਿੱਤਾ ਹੈ, ਮਾਫ ਕਰ ਦਿੱਤਾ ਹੈ। ਦੁਖਦ ਸਰਾਪ ਚਿੰਤਾ ਜੁਤ ਹਾਤੇ। ਜਿਹੜਾ ਸਰਾਪ ਮਹਾਰਾਜ ਨੇ ਦਿੱਤਾ ਸੀ ਬੜਾ ਦੁਖਦਾਈ ਸੀ। 101 ਜੂਨਾਂ ਦੇ ਵਿੱਚ ਜਾਣਾ ਸੀਗਾ। ਸੱਪ ਦੀ, ਕੁੱਤੇ ਦੀ, ਗਧੇ ਦੀ, ਸ਼ੇਰ ਦੀ, ਬਘਿਆੜ ਦੀ, ਬਿੱਲੀ ਦੀ, ਚੂਹੇ ਦੀ, ਭੈੜੀਆਂ ਭੈੜੀਆਂ ਟੇਢੀਆਂ ਮੇਢੀਆਂ ਜੂਨਾਂ 'ਚ ਪੈਣਾ ਸੀਗਾ। ਉਹ ਗੁਰੂ ਸਾਹਿਬ ਨੇ ਬਖਸ਼ ਦਿੱਤਾ ਹੈ। ਹੁਣ 84 ਦੇ ਗੇੜੇ 'ਚ ਨਹੀਂ ਪਾਵਾਂਗਾ। ਨਿਜ ਡੇਰੇ ਮਹਿ ਸਭ ਕੀ ਸਾਰ। ਇਹ ਵਿਚਾਰ ਕਰਕੇ ਮਨ 'ਚ ਭਾਈ ਗੋਰਾ ਬੜਾ ਖੁਸ਼ ਹੋਇਆ ਤੇ ਉਹਨੇ ਆਪਣੇ ਡੇਰੇ ਵਿੱਚ ਜਾ ਕੇ ਆਪਣੀ ਜਿੰਨੀ ਵੀ ਫੌਜ ਸੀ ਨਾ ਨਾਲ ਦੀ ਸਿੱਖ ਸੀਗੇ, ਉਹਨਾਂ ਸਾਰਿਆਂ ਦੀ ਖਬਰਸਾਰ ਲਈ ਹੈ। ਉਹਨਾਂ ਦਾ ਸਾਰਿਆਂ ਜ਼ਖਮੀਆਂ ਦਾ ਇਲਾਜ ਕੀਤਾ ਹੈ, ਮਲਮ ਪੱਟੀ ਕੀਤੀ ਹੈ। ਤੇ ਭਾਈ ਗੋਰੇ ਨੇ ਆਪਣੇ ਸਿੱਖਾਂ ਸਾਥੀਆਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਹੈ। ਜੰਗ ਕਰਤ ਜੇ ਕਿਤਕ ਸਮਾਰ। ਜਿਹੜੇ ਸੂਰਮੇ ਸਾਰਾ ਦਿਨ ਲੜਦੇ ਰਹੇ ਸਨ, ਜੰਗ ਜੁੱਧ ਕੀਤਾ ਤੁਰਕਾਂ ਦੇ ਨਾਲ, ਜਿਨ੍ਹਾਂ ਸਿੱਖਾਂ ਨੇ ਖਾਨ ਪਾਨ ਕੀ ਸੁਧ ਸਭ ਲੀਨ। ਉਹਨਾਂ ਸਾਰਿਆਂ ਜਵਾਨਾਂ ਨੂੰ ਲੰਗਰ ਪ੍ਰਸ਼ਾਦਾ ਵਧੀਆ ਬਣਾ ਕੇ ਛਕਾਇਆ ਹੈ ਤੇ ਉਹਨਾਂ ਦੇ ਦਵਾ ਬੂਟੀ ਦਾ ਵੀ ਇਲਾਜ ਕੀਤਾ ਹੈ ਸਾਰਾ। ਇਸ ਤਰ੍ਹਾਂ ਭਾਈ ਸਾਹਿਬ ਗੋਰੇ ਨੇ ਆਪਣੇ ਸਾਥੀਆਂ ਦੀ ਖਬਰਸਾਰ ਲਈ ਹੈ। ਸੋ ਸਰ ਬਰੀ ਬਿਤਾਵਨ ਕੀਨ। ਉਹ ਰਾਤ ਇਦਾਂ ਸਾਰਿਆਂ ਨੇ ਬਤੀਤ ਕੀਤੀ ਗੁਰੂ ਹਰਿਰਾਏ ਸਾਹਿਬ ਦੀ ਛਤਰ ਛਾਇਆ ਹੇਠ। ਸਾਰਿਆਂ ਨੇ ਸੁੱਖ ਲਿਆ ਹੈ। ਦਿਨ ਮਹਿ ਸਤਿਗੁਰ ਕਰਿਓ ਮੁਕਾਮ। ਗੁਰੂ ਸਾਹਿਬ ਜੀ ਨੇ ਦਿਨ ਵੇਲੇ ਇੱਥੇ ਡੇਰਾ ਕੀਤਾ, ਭਾਵ ਅਗਲੇ ਦਿਨ ਵੀ ਉੱਥੇ ਹੀ ਮੁਕਾਮ ਕੀਤਾ ਹੈ। ਲੱਗਿਓ ਦੀਵਾਨ ਭਜਨ ਸਤਨਾਮ। ਉੱਥੇ ਦੀਵਾਨ ਸਜਿਆ, ਭਜਨ ਹੋਇਆ, ਕੀਰਤਨ ਹੋਇਆ ਗੁਰਬਾਣੀ ਦਾ। ਬ੍ਰਿੰਦ ਮਸੰਦ ਮੇਵੜੇ ਪਾਸ। ਬਹੁਤ ਸਾਰੇ ਮਸੰਦ ਮੇਵੜੇ ਗੁਰੂ ਘਰ ਦੇ ਅਰਦਾਸੀਏ ਟਹਿਲੂਏ ਸੇਵਾਦਾਰ ਕੋਲ ਹਨ। ਸੁਪਟਨ ਕੋ ਸਮਦਾਏ ਸੁਦਾਸ। ਔਰ ਸੇਵਾਦਾਰ ਸੂਰਮੇ ਗੁਰੂ ਦੇ ਪਿਆਰੇ
ਉਹ ਵੀ ਨਾਲ ਹਨ, ਸਿੱਖ ਵੀ। ਸੰਗਤ ਨਈ ਪੁਜ ਚਲ ਆਈ। ਇਲਾਕੇ ਦੀ ਮਾਲਵੇ ਦੀ ਸੰਗਤ ਬਹੁਤ ਆ ਗਈ ਦਰਸ਼ਨ ਕਰਨ ਵਾਸਤੇ। ਲਾਗੇ ਲਾਗੇ ਪਿੰਡਾਂ 'ਚ ਪਤਾ ਲੱਗਦਾ ਸੀ ਨਾ ਜਿੱਥੇ ਵੀ ਗੁਰੂ ਮਹਾਰਾਜ ਸਤਵੇਂ ਪਾਤਸ਼ਾਹ ਜੀ ਮਾਲਵੇ ਦੀ ਧਰਤੀ ਨੂੰ ਤਾਰਨ ਲਈ ਵਹੀਰ ਸਮੇਤ ਆਏ ਹੋਏ ਨੇ। ਮਾਲਵੇ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਮਹਾਰਾਜ ਦੇ ਦਰਸ਼ਨਾਂ ਲਈ ਆ ਗਏ। ਅਨਕ ਅਕੌਰਣ ਕੋ ਅਰਪਾਈ। ਉਹਨਾਂ ਨੇ ਲਿਆ ਕੇ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਵਧੀਆ ਵਧੀਆ ਭੇਟਾਵਾਂ ਅਰਪਣ ਕੀਤੀਆਂ। ਕਿਸੇ ਨੇ ਬਸਤਰ ਭੇਟਾ ਕੀਤੇ, ਕਿਸੇ ਨੇ ਸ਼ਸਤਰ ਭੇਟਾ ਕੀਤੇ, ਕਿਸੇ ਨੇ ਘੋੜੇ ਅਰਪਣ ਕੀਤੇ, ਕਿਸੇ ਨੇ ਮਾਇਆ ਅਰਪਣ ਕੀਤੀ ਹੈ। ਤਬ ਗੌਰਾ ਬੁਲਵਾਇਓ ਪਾਸ। ਜਦੋਂ ਦੀਵਾਨ ਸਜ ਗਿਆ, ਸੰਗਤਾਂ ਆ ਗਈਆਂ, ਮਹਾਰਾਜ ਨੇ ਦੀਵਾਨ ਦੇ ਵਿੱਚ ਭਾਈ ਗੋਰੇ ਨੂੰ ਸੱਦਿਆ ਹੈ। ਆਇਓ ਨਿਕਟ ਸੰਗ ਗਨਦਾਸ। ਭਾਈ ਗੋਰਾ ਆਪਣੇ ਨਾਲ ਦੇ ਬਹੁਤ ਸਾਰੇ ਬੰਦਿਆਂ ਨੂੰ ਲੈ ਕੇ, ਆਪਣੀ ਫੌਜ ਦੇ ਜਰਨੈਲਾਂ ਨੂੰ ਲੈ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਹੈ। ਕਹਿਸਾ ਦਰ ਸਤਿਗੁਰ ਬੈਠਾਇਓ। ਮਹਾਰਾਜ ਨੇ ਬੜੇ ਸਤਿਕਾਰ ਨਾਲ ਆਓ ਚੌਧਰੀ ਜੀ ਕੋਲ ਬਿਠਾ ਲਿਆ ਹੈ। ਸਜਸ ਸੂਰਤਾ ਸ਼੍ਰੀ ਮੁਖ ਗਾਇਓ। ਤੇ ਆਪ ਮਹਾਰਾਜ ਨੇ ਆਪਣੇ ਸੁਭਾਏ ਮਾਨ ਮੁਖ ਤੋਂ, ਸੁੰਦਰ ਮੁਖ ਤੋਂ ਭਾਈ ਗੋਰੇ ਦੀ ਸੂਰਬੀਰਤਾ ਦਾ ਪ੍ਰਸੰਗ ਸੰਗਤ ਨੂੰ ਸੁਣਾਇਆ ਹੈ। ਕਹਿਓ ਤਬ ਹੈ ਆਪਣੇ ਘਰ ਜਾਓ। ਤੇ ਫਿਰ ਮਹਾਰਾਜ ਭਾਈ ਗੋਰੇ ਨੂੰ ਕਹਿਣ ਲੱਗੇ, ਭਾਈ ਗੋਰਾ ਜੀ ਤੁਹਾਨੂੰ ਘਰ ਤੋਂ ਆਇਆਂ ਨੂੰ ਬਹੁਤ ਸਮਾਂ ਹੋ ਗਿਆ ਹੈ, ਹੁਣ ਤੁਸੀਂ ਆਪਣੇ ਘਰ ਜਾਓ। ਗੁਰੂ ਘਰ ਵੱਲੋਂ ਤੁਸੀਂ ਬਖਸ਼ੇ ਗਏ ਹੋ। ਗੁਰੂ ਘਰ ਵੱਲ ਤੁਹਾਡੀ ਹੁਣ ਕੋਈ, ਸਾਡੇ ਵੱਲੋਂ ਕੋਈ ਨਾਰਾਜ਼ਗੀ ਨਹੀਂ। ਸਾਰੀਆਂ ਤੁਹਾਡੀਆਂ ਜੂਨਾਂ ਬਖਸ਼ ਦਿੱਤੀਆਂ ਤੇ ਹੁਣ ਤੁਸੀਂ ਗੁਰਸਿੱਖੀ ਦਾ ਜੀਵਨ ਜੀਓ। ਜਿੰਨੇ ਵਾਹਿਗੁਰੂ ਨੇ ਸਵਾਸ ਦਿੱਤੇ ਨੇ ਤੁਹਾਡੇ ਸੁਖ ਸੁਖਾਲੀ ਲੰਘਣਗੇ। ਅੰਤ ਸਮੇਂ ਗੁਰੂ ਸਹਾਈ ਹੋਵੇਗਾ। ਕਰੋ ਰਾਜ ਸਭ ਕਾਜ ਚਲਾਓ। ਤੁਸੀਂ ਰਾਜ ਕਰੋ ਤੇ ਆਪਣਾ ਕੰਮ ਚਲਾਓ। ਕਿਉਂਕਿ ਭਾਈ ਗੋਰੇ ਨੂੰ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਨੇ ਜਿਹੜੀ ਮਾਈ ਭਿੱਖਾਂ ਨੂੰ ਵਰ ਦਿੱਤਾ ਸੀ ਨਾ, ਵੀ ਸੋਨੇ ਦੀ ਮਧਾਣੀ ਹੋਵੇ, ਪੋਤਰੇ ਨੂੰ ਦੁੱਧ ਰਿੜਕਦੀ ਵੇਖਾਂ, ਉਹ ਜਿਹੜਾ ਸੀ ਉਹ ਵਰ ਪੂਰਾ ਹੋਇਆ ਕਿ ਭਾਈ ਗੋਰੇ ਨੇ ਕਈ ਇਲਾਕੇ, ਬਠਿੰਡੇ ਦੇ ਇਲਾਕੇ 'ਚ ਰਾਜ ਕਾਇਮ ਕਰ ਲਿਆ। ਸੋ ਬਠਿੰਡੇ ਦੇ ਇਲਾਕੇ ਜਾ ਕੇ ਭਾਈ ਆਪਣਾ ਰਾਜ ਕਾਜ ਸੰਭਾਲੋ। ਦਿਵਸ ਕਨੇ ਬੀਤੇ ਇਤ ਆਏ। ਬਹੁਤ ਸਮੇਂ ਹੋ ਗਏ ਤੁਹਾਨੂੰ ਘਰਾਂ ਤੋਂ ਆਇਆ ਹੋਇਆਂ ਨੂੰ। ਜਾਏ ਸੰਭਾਲੋ ਸੁਖ ਉਪਜਾਏ। ਹੁਣ ਜਾਓ ਆਪਣੇ ਘਰ ਜਾ ਕੇ, ਆਪਣੇ ਪਿੰਡ ਜਾ ਕੇ ਆਪਣਾ ਰਾਜ ਭਾਗ ਸੰਭਾਲੋ। ਹਾਥ ਜੋੜ ਗੌਰਾ ਤਬ ਕਹੇ। ਤਾਂ ਭਾਈ ਗੋਰੇ ਨੇ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ, ਰਾਵਰ ਕੀ ਰਜਾਏ ਮਹਿ ਰਹੇ। ਇਹ ਸੱਚੇ ਪਾਤਸ਼ਾਹ, ਹੈ ਗਰੀਬ ਨਿਵਾਜ ਸਤਿਗੁਰੂ ਜੀ, ਆਪ ਜੀ ਦੀ ਆਗਿਆ ਵਿੱਚ ਹੀ ਰਹਿਣਾ ਹੈ। ਆਪ ਜਿੱਥੇ ਰੱਖੋਗੇ ਉੱਥੇ ਰਵਾਂਗੇ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਾਰਾ ਕੁਝ ਤੁਹਾਡੇ ਹੁਕਮ ਵਿੱਚ ਹੀ ਹੈ। ਤੇ ਜੇ ਆਪ ਜੀ ਦਾ ਹੁਕਮ ਹੋਵੇਗਾ ਵੀ ਪਿੰਡ ਜਾਣ ਦਾ ਤਾਂ ਪਿੰਡ ਚਲੇ ਜਾਵਾਂਗੇ। ਜੇ ਆਪ ਜੀ ਦਾ ਹੁਕਮ ਸੇਵਾ ਵਿੱਚ ਰਹਿਣ ਦਾ ਤਾਂ ਇੱਥੇ ਮੈਂ ਸੇਵਾ ਵਿੱਚ ਵੀ ਰਹਿਣ ਨੂੰ ਤਿਆਰ ਹਾਂ। ਬਸ ਆਪ ਆਪਣੀ ਸਿੱਖੀ, ਆਪਣਾ ਸਿੱਧਕ ਭਰੋਸਾ ਮੈਨੂੰ ਬਖਸ਼ੋ, ਹੋਰ ਮੈਨੂੰ ਕੁਛ ਨਹੀਂ ਚਾਹੀਦਾ ਸਤਿਗੁਰੂ ਜੀ। ਸਿਰੇ ਪਾਵ ਤਬ ਗੁਰੂ ਮੰਗਾਇਓ। ਤਾਂ ਗੁਰੂ ਮਹਾਰਾਜ ਸਤਵੇਂ ਪਾਤਸ਼ਾਹ ਜੀ ਨੇ ਉਸੇ ਵੇਲੇ ਆਪਣੇ ਖਜ਼ਾਨੇ ਚੋਂ ਸਰੋਪਾ ਮੰਗਾਇਆ ਹੈ। ਨਿਜ ਕਰਤੇ ਤਿਸ ਤਨ ਪਹਿਰਾਇਓ। ਔਰ ਭਾਈ ਗੋਰੇ ਨੂੰ ਆਪਣੇ ਹੱਥੀਂ ਸਰੋਪਾ ਪਵਾਇਆ। ਅੱਜ ਕੱਲ੍ਹ ਤਾਂ ਸਰੋਪਾ ਹਜੂਰੀਏ ਨੂੰ ਹੀ ਕਹਿੰਦੇ ਆ। ਪਹਿਲਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਉਹਨੂੰ ਕਹਿੰਦੇ ਸੀ ਸਰੋਪਾ। ਸਿਰ ਦੀ ਦਸਤਾਰ ਦੇਣੀ, ਚੋਲਾ ਦੇਣਾ, ਕਮਰ ਕਸਾ ਦੇਣਾ, ਹਜੂਰੀਆ ਦੇਣਾ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰੋਪਾ ਬਖਸ਼ ਕੇ ਸਤਿਕਾਰ ਦੇ ਨਾਲ ਭਾਈ ਗੋਰੇ ਦਾ ਸਤਿਕਾਰ ਕੀਤਾ ਦਰਬਾਰ ਦੇ ਵਿੱਚ। ਹੋਏ ਪ੍ਰਸੰਨ ਕਰ ਬਿਦਾ ਉਚਾਰਾ। ਤੇ ਬਿਦਾ ਕੀਤਾ ਤੇ ਮਹਾਰਾਜ ਏਦਾਂ ਬੋਲੇ ਹਨ, ਹਮ ਗਮਨੈ ਹਟਪੁਰ ਕਰਤਾਰਾ। ਦੇਖੋ ਭਾਈ ਗੋਰਾ, ਅਸੀਂ ਹੁਣ ਥੋੜੇ ਦਿਨਾਂ ਨੂੰ ਵਾਪਸ ਕਰਤਾਰਪੁਰ ਚਲੇ ਜਾਣਾ ਹੈ। ਉੱਥੇ ਜਾ ਕੇ ਆਪਣੇ ਭਾਈ ਨੂੰ ਮਿਲਾਂਗੇ ਤੇ ਤੁਸੀਂ ਹੁਣ ਇੱਥੋਂ ਆਪਣੇ ਨਗਰ ਬਠਿੰਡੇ ਵੱਲ ਚਲੇ ਜਾਓ। ਕੇਤਕ ਸਮਾਂ ਬਿਤਾਵਹਿ ਤਹਾਂ। ਕੁਝ ਸਮਾਂ ਅਸੀਂ ਕਰਤਾਰਪੁਰ ਜਲੰਧਰ ਗੁਜ਼ਾਰਾਂਗੇ। ਤੂੰ ਚਲ ਜਾਹੁ ਬਠਿੰਡਾ ਜਹਾਂ। ਤੂੰ ਆਪਣੇ ਨਗਰ ਬਠਿੰਡੇ ਵੱਲ ਚਲਾ ਜਾ। ਤਸੀ ਦੇਸ਼ ਮਹਿ ਕਲ ਹਜ਼ੂਰ। ਉਹ ਬਠਿੰਡੇ ਦੇ ਇਲਾਕੇ ਵਿੱਚ ਜਾ ਕੇ ਉੱਥੇ ਜ਼ੋਰ ਪਾ ਕੇ ਆਪਣਾ ਰਾਜ ਕਾਇਮ ਕਰੋ। ਆਪਣਾ ਰਾਜ ਵਧਾਵਹੁ ਹੋਰ। ਆਪਣਾ ਰਾਜ ਹੋਰ ਵਧਾਓ ਤੁਸੀਂ। ਸੋ ਸਾਧ ਸੰਗਤ ਜੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਸੂਰਬੀਰ ਸਿੱਖ ਯੋਧੇ ਬਣ ਗਏ ਸਨ ਤੇ ਉਹਨਾਂ ਨੇ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਰਾਜ ਕਾਇਮ ਕੀਤੇ।
ਜਿਨ੍ਹਾਂ ਵਿੱਚੋਂ ਭਾਈ ਗੋਰੇ ਦਾ ਮਾਲਵੇ ਦੀ ਧਰਤੀ ਤੇ ਰਾਜ, ਚੌਧਰੀ ਡੱਲੇ ਦਾ ਰਾਜ, ਇਸੇ ਤਰ੍ਹਾਂ ਭਾਈ ਸ਼ਮੀਰ ਚੌਧਰੀ ਜੋਧ ਸ਼ਾਹ ਦਾ ਪੋਤਰਾ, ਉਹਨਾਂ ਦਾ ਰਾਜ। ਇਸ ਤਰ੍ਹਾਂ ਇਹ ਗੁਰੂ ਕੇ ਸਿੱਖੀ ਹੋਏ। ਭਾਵੇਂ ਇਹਨਾਂ ਨੂੰ ਆਪਾਂ ਵੱਡੇ ਰਾਜੇ ਤਾਂ ਨਹੀਂ ਕਹਿ ਸਕਦੇ, ਪਰ ਛੋਟੇ ਛੋਟੇ ਰਾਜ ਇਹਨਾਂ ਨੇ ਕਾਇਮ ਕਰ ਲਏ ਸਨ। ਬਾਅਦ ਵਿੱਚ ਇਹਨਾਂ ਨੇ ਕੈਥਲ ਦੇ ਉੱਤੇ ਰਾਜ ਕਾਇਮ ਕੀਤਾ। ਭਾਈ ਉਦੈ ਸਿੰਘ ਜੀ ਹੋਰਾਂ ਨੇ, ਦੇਸੂ ਸਿੰਘ ਕੈਥਲ ਦਾ ਰਾਜਾ ਹੋਇਆ, ਲਾਲ ਸਿੰਘ। ਗੁਰੂ ਰਾਮਦਾਸ ਜੀ ਵਰ ਦਿੱਤਾ ਸੀ ਮਾਈ ਭਿੱਖਾਂ ਨੂੰ, ਉਹ ਪੂਰਾ ਹੋ ਗਿਆ। ਹਾਂਜੀ, ਸਭਨ ਸੁਨਾਏ ਭਨੀ ਵਡਿਆਈ। ਸਾਰਿਆਂ ਨੂੰ ਸੁਣਾ ਕੇ ਗੁਰੂ ਹਰਿਰਾਏ ਸਾਹਿਬ ਨੇ ਭਾਈ ਗੋਰੇ ਦੀ ਵਡਿਆਈ ਦੱਸੀ ਹੈ। ਖਰੋ ਹੋਏ ਤਬ ਗਰੀਬ ਨਿਵਾਈ। ਖੜੇ ਹੋ ਕੇ ਭਾਈ ਗੋਰੇ ਨੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ, ਨਮਸਕਾਰ ਕੀਤੀ, ਸੀਸ ਝੁਕਾਇਆ ਹੈ। ਚਰਨ ਸਪਰਸ਼ਤ ਬੰਧਨ ਕਰਕੇ। ਮਹਾਰਾਜ ਦੇ ਚਰਨ ਸਪਰਸ਼ ਕੀਤੇ ਹਨ, ਚਰਨਾਂ ਤੇ ਮੱਥਾ ਟੇਕਿਆ ਹੈ। ਚੱਲਿਓ ਅਦਕਰ ਆਨੰਦ ਧਰ ਕੇ। ਔਰ ਬੜੀ ਪ੍ਰਸੰਨਤਾ ਦੇ ਨਾਲ, ਬੜੀ ਖੁਸ਼ੀ ਦੇ ਨਾਲ ਭਾਈ ਗੋਰਾ ਜੀ ਆਪਣੇ ਪਿੰਡ ਨੂੰ ਤੁਰ ਪਏ ਹਨ। ਏਕ ਨਿਸਾਬੀ ਤੀ ਪੁਨ ਔਰਾ। ਇੱਕ ਰਾਤ ਹੋਰ ਗੁਰੂ ਸਾਹਿਬ ਜੀ ਉੱਥੇ ਰਹੇ ਹਨ। ਚਲਬੇ ਕੋ ਤਿਆਰ ਭਾ ਗੌਰਾ। ਤੇ ਗੋਰਾ ਵੀ ਤਿਆਰ ਹੋ ਗਿਆ ਆਪਣੇ ਨਗਰ ਜਾਣ ਨੂੰ। ਜਥਾ ਜੋਗ ਸਭ ਸੋ ਮਿਲ ਕਰਕੇ। ਜਥਾ ਜੋਗ ਸਾਰਿਆਂ ਨੂੰ ਮਿਲ ਕੇ, ਸਾਰੇ ਗੁਰਸਿੱਖਾਂ ਨੂੰ ਗਲਵਕੜੀਆਂ ਪਾ ਕੇ ਮਿਲਿਆ। ਬੜੀ ਖੁਸ਼ੀ ਦੇ ਨਾਲ ਸਿੱਖਾਂ ਨੂੰ ਮਿਲ ਕੇ ਭਾਈ ਗੋਰਾ ਆਪਣੇ ਪਿੰਡ ਨੂੰ ਚਲਾ ਗਿਆ। ਸ਼੍ਰੀ ਸਤਿਗੁਰ ਕੇ ਪਾਇਨ ਪਰਕੈ। ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਭਾਈ ਗੋਰਾ ਜੀ ਚਲੇ ਗਏ। ਜੰਗਲ ਦੇਸ਼ ਵਿਖੇ ਚਲ ਗਇਓ। ਜੰਗਲ ਦੇਸ਼, ਜਿਸ ਨੂੰ ਅੱਜ ਕੱਲ੍ਹ ਆਪਾਂ ਮਾਲਵਾ ਕਹਿੰਦੇ ਆ, ਪਹਿਲਾਂ ਇਹਨੂੰ ਜੰਗਲ ਕਹਿੰਦੇ ਸੀ। ਮਾਲਵਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਇਹਨੂੰ ਵਰ ਦਿੱਤਾ ਵੀ ਜੰਗਲ ਸਾਡਾ ਮਾਲਵਾ ਹੈ। ਪਹਿਲਾਂ ਇਹਦਾ ਨਾਮ ਜੰਗਲ ਦੇਸ਼ ਸੀ, ਬਠਿੰਡੇ ਦਾ ਇਲਾਕਾ। ਉਧਰ ਭਾਈ ਗੋਰਾ ਜੀ ਚਲੇ ਗਏ ਹਨ ਆਪਣੇ ਦੇਸ਼ ਵਿੱਚ। ਆਪਣੋ ਜ਼ੋਰ ਜਨਾਵਤ ਭਇਓ। ਭਾਈ ਗੋਰੇ ਨੇ ਜਾ ਕੇ ਆਪਣਾ ਜ਼ੋਰ ਜਤਾਇਆ, ਭਾਵ ਇਲਾਕੇ ਦੇ ਪਿੰਡਾਂ ਨੂੰ ਫਤਿਹ ਕੀਤਾ ਹੈ, ਆਪਣੇ ਅਧੀਨ ਕੀਤਾ ਹੈ ਸਾਰਾ ਇਲਾਕਾ। ਅਦਕ ਗ੍ਰਾਮ ਤੇ ਕੇ ਅਪਨਾਏ। ਉਹਨੇ ਉਸ ਮਾਲਵੇ ਦੇ ਬਹੁਤ ਸਾਰੇ ਪਿੰਡਾਂ ਨੂੰ ਆਪਣੇ ਅਧੀਨ ਕਰ ਲਿਆ। ਸਭ ਪਰ ਨਰ ਪਠ ਹੁਕਮ ਚਲਾਏ। ਸਾਰੇ ਪਿੰਡਾਂ 'ਚ ਆਪਣੇ ਠਾਣੇ ਬਿਠਾ ਦਿੱਤੇ, ਆਪਣਾ ਹੁਕਮ ਕਾਇਮ ਕਰ ਲਿਆ, ਰਾਜ ਕਾਇਮ ਕਰ ਲਿਆ ਭਾਈ ਗੋਰੇ ਨੇ। ਮਹਾ ਕਠੋਰ ਹੋਏ ਕਿਆ ਰਾਜਾ। ਔਰ ਉਹਨੇ ਕਠੋਰ, ਬੜਾ ਸਖਤ ਹੋ ਕੇ ਰਾਜ ਕੀਤਾ, ਲੋਕਾਂ ਨੂੰ ਬੜੇ ਤਰੀਕੇ ਨਾਲ ਆਪਣੇ ਕਾਬੂ ਵਿੱਚ ਰੱਖਿਆ ਹੈ। ਘਰ ਮੈਂ ਵਰਦਿਓ ਸਕਲ ਸਮਾਜਾ। ਹੌਲੇ ਹੌਲੇ ਇਹਦਾ ਰਾਜ ਸਮਾਜ ਵੱਧ ਗਿਆ, ਕਿਉਂਕਿ ਰਾਜ ਬੜੇ ਵਧੀਆ ਤਰੀਕੇ ਨਾਲ ਕੀਤਾ, ਨਿਯਮਾਂ ਦੇ ਅਨੁਸਾਰ ਕੀਤਾ। ਇਸ ਕਰਕੇ ਲੋਕ ਜਿਹੜੇ ਹਨ ਉਹਨੂੰ ਮੰਨਣ ਲੱਗ ਪਏ ਤੇ ਸਹਿਯੋਗ ਦੇਣ ਲੱਗ ਪਏ। ਮਾਲਵੇ ਦੀ ਧਰਤੀ ਤੇ ਹੌਲੇ ਹੌਲੇ, ਜਿਵੇਂ ਗੁਰੂ ਰਾਮਦਾਸ ਨੇ ਮਾਈ ਭਿੱਖਾਂ ਨੂੰ ਕਿਹਾ ਸੀ ਵੀ ਸੋਨੇ ਦੀ ਮਧਾਣੀ ਵੀ ਹੋ ਜਾਏਗੀ, ਰਾਜ ਭਾਗ ਵੀ ਹੋ ਜਾਏਗਾ, ਤੇਰਾ ਪੋਤਰਾ ਵੀ ਹੋਵੇਗਾ, ਗਾਂ ਪੀੜ੍ਹੀ ਚੱਲੇਗੀ। ਸੋ ਮਾਈ ਭਿੱਖਾਂ ਦੇ ਪੋਤਰੇ ਗੋਰੇ ਨੇ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਦੇ ਬਚਨ ਪੂਰੇ ਕਰ ਵਿਖਾਏ ਹਨ। ਮਾਲਵੇ ਦੀ ਧਰਤੀ ਤੇ ਰਾਜ ਕਾਇਮ ਕਰ ਲਿਆ ਹੈ। ਰਹਿਓ ਬਠਿੰਡੇ ਮਹਿ ਚਿਰਕਾਲ। ਉਹ ਬਠਿੰਡੇ ਦੇ ਇਲਾਕੇ ਦੇ ਵਿੱਚ ਬਹੁਤ ਸਮਾਂ ਰਾਜ ਕੀਤਾ ਹੈ। ਸੰਗ ਬਿਰਾੜਨ ਚਮੂ ਵਿਸਾਲ। ਨਾਲ ਬਰਾੜਾਂ ਦੀ ਫੌਜ ਰੱਖੀ ਹੋਈ ਸੀ, ਕਿਉਂਕਿ ਬਠਿੰਡੇ ਦੇ ਇਲਾਕੇ 'ਚ ਬਰਾੜ ਬਹੁਤੇ ਰਹਿੰਦੇ ਸੀਗੇ। ਉਹਨਾਂ ਬਰਾੜਾਂ ਦੀ ਫੌਜ ਭਰਤੀ ਕਰ ਲਈ ਭਾਈ ਗੋਰੇ ਨੇ। ਅਬ ਸਤਿਗੁਰ ਕੀ ਕਥਾ ਸੁਨੀਜੈ। ਹੁਣ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਸੰਗ ਸੁਣੋ। ਜਨਮ ਅਨੇਕ ਪਾਪ ਹਨ ਦੀਜੈ। ਇਹ ਮਹਾਰਾਜ ਦੀ ਕਥਾ ਜਿਹੜਾ ਵੀ ਗੁਰਸਿੱਖ ਸ਼ਰਧਾ ਨਾਲ, ਪ੍ਰੇਮ ਨਾਲ ਸੁਣਦਾ ਹੈ, ਗੁਰੂ ਕੀ ਕਥਾ ਜਨਮਾਂ ਜਨਮਾਂ ਦੇ ਪਾਪ ਕੱਟ ਦਿੰਦੀ ਹੈ। ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤੇ ਨਿਕਟ ਨ ਆਵੈ। ਜਿਹੜਾ ਵੀ ਪ੍ਰੇਮ ਨਾਲ ਮਹਾਰਾਜ ਦੀ ਕਥਾ ਸੁਣਦਾ ਹੈ, ਗੁਰੂ ਹਰਿਰਾਏ ਸਾਹਿਬ ਜੀ ਦੀ, ਸਤਿਗੁਰਾਂ ਦੀ ਇਹ ਕਥਾ ਜਨਮ ਜਨਮਾਂਤਰਾਂ ਦੇ ਪਾਪਾਂ ਦਾ ਨਾਸ਼ ਕਰ ਦਿੰਦੀ ਹੈ। ਜੜ ਕਰ ਸਭ ਅਨੀਕਲੇ ਸਾਥ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਵੀ ਮਾਲਵੇ ਤੋਂ ਫੌਜਾਂ ਸਮੇਤ ਚਾਲਾ ਪਾ ਦਿੱਤਾ ਹੈ। ਸਤਦਰਵ ਤਟ ਪਹੁੰਚੇ ਗੁਰਨਾਥ। ਸਤਲੁਜ ਦਰਿਆ ਦੇ ਕੰਢੇ ਤੇ ਜਾ ਪਹੁੰਚੇ ਹਨ ਗੁਰੂ ਸਾਹਿਬ ਜੀ। ਕੇਵਟ ਕੋ ਤਤਕਾਲ ਬੁਲਾਇਓ। ਤੇ ਉਸ ਵੇਲੇ ਮਹਾਰਾਜ ਨੇ ਮਲਾਹਾਂ ਨੂੰ ਬੁਲਾਇਆ, ਜਿਹੜੇ ਬੇੜੀਆਂ ਵਾਲੇ, ਕਿਸ਼ਤੀਆਂ ਵਾਲੇ ਮਲਾਹ ਸਨ, ਉਹਨਾਂ ਨੂੰ ਸੱਦਿਆ ਹੈ। ਬ੍ਰਿੰਦ ਤਰੀ ਲੈ ਕਰ ਸੋ ਆਇਓ। ਉਹ ਸਾਰੇ ਹੀ ਮਹਾਰਾਜ ਦਾ ਹੁਕਮ ਮੰਨ ਕੇ ਬਹੁਤ ਸਾਰੀਆਂ ਬੇੜੀਆਂ ਲੈ ਕੇ ਆ ਗਏ ਨੇ। ਦ੍ਰਿੜ ਧਰਨੀ ਪਰ ਬੈਠਤ ਭਏ। ਸਤਿਗੁਰੂ ਪਾਤਸ਼ਾਹ ਜੀ ਆਪਣੇ ਘੋੜੇ, ਆਪਣੀ ਫੌਜ, ਆਪਣੇ ਗੱਡੇ ਰੇੜੇ ਸਭ ਕਿਸ਼ਤੀਆਂ 'ਚ ਪਾਰ ਲੰਘਾ ਰਹੇ ਨੇ। ਪਰਲੇ ਪਾਰ ਉਤਰ ਗੁਰ ਗਏ। ਇਧਰੋਂ ਮਾਲਵੇ ਵਾਲੇ ਪਾਸਿਓਂ ਦੁਆਬੇ ਵਾਲੇ ਪਾਸੇ ਮਹਾਰਾਜ
ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਉਤਰੇ ਹਨ। ਪੁਨ ਸਭ ਸੈਨਾ ਪਾਰ ਉਤਾਰੀ। ਫਿਰ ਸਾਰੀ ਫੌਜ ਵੀ ਪਾਰ ਲੰਘੀ ਹੈ। ਪਾਤਸ਼ਾਹ ਦੇ 2200 ਘੋੜ ਸਵਾਰ ਵੀ ਲੰਘੇ ਹਨ। ਕੇਵਟ ਕੋ ਬਖਸ਼ਿਓ ਤਨ ਭਾਰੀ। ਤੇ ਮਲਾਹਾਂ ਨੂੰ ਜਿਨ੍ਹਾਂ ਨੇ ਮਹਾਰਾਜ ਦਾ ਦਲ ਪਾਰ ਲੰਘਾਇਆ ਸੀ ਬੇੜੀਆਂ ਤੇ ਬਿਠਾ ਕੇ, ਉਹਨਾਂ ਮਲਾਹਾਂ ਨੂੰ ਗੁਰੂ ਸਾਹਿਬ ਨੇ ਬਹੁਤ ਮਾਇਆ ਦਿੱਤੀ ਹੈ, ਖੁੱਲੇ ਗੱਫੇ ਵਰਤਾਏ ਹਨ। ਤਹ ਨਿਸ ਬਸ ਕੈ ਪੋਰ ਸਿਧਾਏ। ਰਾਤ ਗੁਰੂ ਸਾਹਿਬ ਜੀ ਪਰਲੇ ਪਾਸੇ ਜਾ ਕੇ ਦਰਿਆ ਤੇ ਰੁਕੇ ਹਨ, ਰਾਤ ਰਹੇ ਹਨ ਤੇ ਫਿਰ ਅਗਲੇ ਦਿਨ ਚਾਲੇ ਪਾ ਦਿੱਤੇ ਹਨ। ਮਗ ਮਹਿ ਕਰ ਬਿਲਾਸ ਸਮੁਦਾਏ। ਰਸਤੇ 'ਚ ਬਹੁਤ ਸਾਰੇ ਕੌਤਕ ਕਰਦੇ ਹੋਏ, ਜੀਵਾਂ ਦਾ ਉਧਾਰ ਕਰਦੇ, ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਸਤਵੇਂ ਪਾਤਸ਼ਾਹ ਜੀ ਕਰਤਾਰਪੁਰ ਜਾ ਪਹੁੰਚੇ ਹਨ। ਸ਼੍ਰੀ ਕਰਤਾਰਪੁਰੇ ਚਲ ਗਏ। ਮਹਾਰਾਜ ਜਲੰਧਰ ਦੇ ਲਾਗੇ ਜਿਹੜਾ ਸ੍ਰੀ ਕਰਤਾਰਪੁਰ ਨਗਰ ਹੈ, ਇੱਥੇ ਪਹੁੰਚ ਗਏ ਹਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਧੀਰ ਮਲ ਆਗੂ ਹੋਏ ਲਏ। ਮਹਾਰਾਜ ਦਾ ਵੱਡਾ ਭਰਾ ਧੀਰ ਮਲ ਗੁਰੂ ਸਾਹਿਬ ਨੂੰ ਸਤਿਕਾਰ ਨਾਲ ਮਿਲਣ ਆਇਆ ਹੈ। ਗਨਪੁਰ ਜਨ ਬਹਲੀਨ ਅਕੋਰ। ਪਿੰਡ ਦੇ ਕਰਤਾਰਪੁਰ ਦੇ ਬਹੁਤ ਸਾਰੇ ਲੋਕ ਵਧੀਆ ਵਧੀਆ ਤੋਹਫੇ ਲੈ ਕੇ, ਭੇਟਾਵਾਂ ਲੈ ਕੇ ਸਤਵੇਂ ਪਾਤਸ਼ਾਹ ਨੂੰ ਮਿਲਣ ਆਏ ਹਨ। ਦਰਸਹ ਆਏ ਗੁਰੂ ਕਰ ਜੋਰ। ਪਿੰਡ ਵਾਲਿਆਂ ਨੇ ਵੀ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹਨ, ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਹੈ ਤੇ ਆਪਣੀਆਂ ਪ੍ਰੇਮ ਭੇਟਾਵਾਂ ਸਤਿਗੁਰੂ ਜੀ ਨੂੰ ਅਰਪਣ ਕੀਤੀਆਂ ਹਨ। ਕੁਸ਼ਲ ਪ੍ਰਸੰਨ ਕਰ ਸਭ ਕੇ ਸਾਥ। ਸਤਿਗੁਰੂ ਜੀ ਨੇ ਵੀ ਸਾਰਿਆਂ ਦਾ ਹਾਲ ਚਾਲ ਸੁਖ ਸ਼ਾਂਤ ਪੁੱਛੀ ਹੈ, ਪਰਿਵਾਰਾਂ ਦਾ ਹਾਲ ਪੁੱਛਿਆ ਹੈ। ਭਏ ਪ੍ਰਵੇਸ਼ ਨਗਰ ਮਹਿਨਾਥ। ਫਿਰ ਗੁਰੂ ਸਾਹਿਬ ਸੰਗਤਾਂ ਦੇ ਨਾਲ ਆਪਣੀਆਂ ਫੌਜਾਂ ਸਮੇਤ ਸ੍ਰੀ ਕਰਤਾਰਪੁਰ ਨਗਰ 'ਚ ਪ੍ਰਵੇਸ਼ ਕੀਤਾ ਹੈ। ਦਲ ਉਤਰਿਓ ਬਾਗਨ ਕੀ ਛਾਇਆ। ਕਿਉਂਕਿ ਕਰਤਾਰਪੁਰ ਦੇ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਬਾਗ ਲਵਾਏ ਸੀਗੇ, ਛੇਵੇਂ ਪਾਤਸ਼ਾਹ ਨੇ ਵੀ ਬਾਗ ਲਵਾਏ ਸੀਗੇ। ਉਹਨਾਂ ਬਾਗਾਂ ਦੀ ਛਾਇਆ ਵਿੱਚ ਗੁਰੂ ਦੇ ਦਲ ਨੇ ਘੋੜੇ ਬੰਨ੍ਹ ਦਿੱਤੇ ਹਨ। ਹੇਰ ਹੇਰ ਜਿਹ ਜਿਹ ਮਨ ਪਾਇਆ। ਜਿੱਥੇ ਜਿੱਥੇ ਵੀ ਕਿਸੇ ਦਾ ਜੀ ਕੀਤਾ ਉਹਨਾਂ ਨੇ ਆਪਣੇ ਆਪਣੇ ਘੋੜੇ ਲਾ ਦਿੱਤੇ ਹਨ। 2200 ਘੋੜੇ ਸਤਿਗੁਰਾਂ ਦੇ ਨਾਲ ਆਏ ਸੀ, ਫੌਜ ਪੂਰੀ ਆਈ ਸੀ। ਕਰਤਾਰਪੁਰ ਦੇ ਬਾਗਾਂ ਵਿੱਚ ਸਿੱਖਾਂ ਦੇ ਘੋੜੇ ਹਿਣਕਦੇ ਹਨ। ਗੁਰੂ ਦੀ ਫੌਜ ਦੀ ਛਾਉਣੀ ਪੈ ਗਈ ਹੈ। ਅੰਤఃਪੁਰ ਗੁਰ ਕੋ ਤਹ ਗਇਓ। ਤੇ ਗੁਰੂ ਸਾਹਿਬ ਜੀ ਦੇ ਮਹਿਲ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਮਹਿਲ, ਮਾਤਾ ਕੋਟ ਕਲਿਆਣੀ ਜੀ, ਮਾਤਾ ਕਿਸ਼ਨ ਕੌਰ ਜੀ, ਮਾਤਾ ਰੂਪ ਕੌਰ ਜੀ ਆਦਿਕ ਸਾਰੇ ਮਹਿਲ ਸਤਿਗੁਰਾਂ ਦੇ ਮਹਿਲਾਂ ਵਿੱਚ ਜਿੱਥੇ ਬਾਬਾ ਧੀਰਮਲ ਜੀ ਰਹਿੰਦੇ ਹਨ। ਇਹ ਮਹਿਲ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕਰਾਏ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਕੰਮਲ ਕਰਾਏ ਸਨ। ਇਹਨਾਂ ਮਹਿਲਾਂ ਵਿੱਚ ਹੀ ਬਾਬਾ ਧੀਰਮਲ ਜੀ ਦਾ ਪਰਿਵਾਰ ਹੁਣ ਤੱਕ ਰਹਿ ਰਿਹਾ ਹੈ। ਸੋ ਇਹਨਾਂ ਮਹਿਲਾਂ ਵਿੱਚ ਗੁਰੂ ਕੇ ਮਹਿਲ ਮਾਤਾ ਜੀ, ਮਾਤਾ ਕੋਟ ਕਲਿਆਣੀ ਜੀ, ਮਾਤਾ ਕਿਸ਼ਨ ਕੌਰ ਜੀ ਆਦਿਕ ਜਾ ਬਿਰਾਜੇ ਹਨ। ਸਦਨ ਖਾਸ ਵਹਿ ਉਤਰਤ ਭਇਓ। ਕਹਿੰਦੇ ਖਾਸ ਗੁਰੂ ਕੇ ਮਹਿਲਾਂ ਦੇ ਵਿੱਚ ਮਾਤਾ ਜੀ ਹੋਰਾਂ ਨੇ ਆਸਣ ਲਾਇਆ ਹੈ। ਸਿਆੰਦਨ ਡੋਰੇ ਵਾਹਨ ਤਿਆਗੇ। ਆਪਣੇ ਆਪਣੇ ਰੱਥ ਡੋਲੇ, ਆਪਣੇ ਆਪਣੇ ਜਿਹੜੇ ਸਾਜ ਸਮਾਨ ਸਨ, ਸਵਾਰੀਆਂ, ਉਹ ਬਾਹਰ ਛੱਡ ਕੇ ਪਿੰਡ ਤੋਂ ਤੇ ਮਾਤਾ ਜੀ ਹੋਰੀ ਅੰਦਰ ਚਲੇ ਗਏ ਹਨ। ਸੁਖ ਕੇ ਸੰਗ ਬਸਨ ਘਰ ਲਾਗੇ। ਬੜੇ ਆਰਾਮ ਨਾਲ ਆਪਣੇ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਵਸਣ ਲੱਗੇ ਹਨ। ਧੀਰ ਮਲ ਬੂਜੀ ਸੁਲਰਾਈ। ਧੀਰ ਮਲ ਨੇ ਪੁੱਛਿਆ ਵੀ ਮਹਾਰਾਜ ਪਤਾ ਲੱਗਾ ਹੈ ਰਸਤੇ 'ਚ ਲੜਾਈ ਹੋਈ ਹੈ, ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ? ਲੜਾਈ ਕਿਹਦੇ ਨਾਲ ਹੋਈ ਹੈ ਇਹ ਵੀ ਕਿਰਪਾ ਕਰਕੇ ਦੱਸੋ। ਕਿਮ ਆਵਤ ਇਹ ਬਾਦ ਮਚਾਈ। ਇਹ ਤੁਰਕਾਂ ਨੇ ਆਉਂਦਿਆਂ ਬਿਨਾਂ ਮਤਲਬ ਦੇ ਰਸਤੇ 'ਚ ਸਾਡੇ ਨਾਲ, ਆਪ ਜੀ ਦੇ ਨਾਲ ਕਿਉਂ ਛੇੜਿਆ ਹੈ? ਤੁਰਕਨ ਸੋ ਵਿਰੋਧ ਨਹ ਕਰੀਆ ਹੈ। ਮਹਾਰਾਜ ਤੁਸੀਂ ਤੁਰਕਾਂ ਨਾਲ ਵਿਰੋਧ ਨਾ ਕਰਿਆ ਕਰੋ। ਧੀਰਮਲ ਜਿਹੜਾ ਸੀ ਉਹ ਠੰਡੇ ਸੁਭਾਅ ਦਾ ਸੀ, ਤੁਰਕਾਂ ਨਾਲ ਬਣਾ ਕੇ ਰੱਖਣੀ ਚਾਹੁੰਦਾ ਸੀ। ਕਹਿੰਦਾ ਤੁਸੀਂ ਮਹਾਰਾਜ ਤੁਰਕਾਂ ਨਾਲ ਵਿਰੋਧ ਨਾ ਕਰਿਆ ਕਰੋ, ਸ਼ਾਂਤੀ ਨਾਲ ਹੀ ਟਾਈਮ ਟਪਾਈ ਚੱਲੋ। ਛੇਮ ਸਹਤ ਕਰ ਸਮਾਂ ਗੁਜ਼ਰੀਆ ਹੈ। ਸਮਾਂ ਗੁਜ਼ਾਰੋ, ਸਮਾਂ ਮਾੜਾ ਹੈ, ਤੁਰਕਾਂ ਦਾ ਰਾਜ ਹੈ, ਆਪਾਂ ਕਿੰਨਾ ਚਿਰ ਇਹਨਾਂ ਨਾਲ ਲੜਾਂਗੇ, ਇਹਨਾਂ ਕੋਲ ਬਹੁਤ ਵੱਡੀ ਤਾਕਤ ਹੈ। ਤੁਸੀਂ ਮਹਾਰਾਜ ਤੁਰਕਾਂ ਦਾ ਮੁਕਾਬਲਾ ਨਾ ਕਰਿਆ ਕਰੋ। ਸ਼੍ਰੀ ਹਰਿਰਾਏ ਸਕਲ ਸਮਝਾਈ। ਗੁਰੂ ਹਰਿਰਾਏ ਸਾਹਿਬ ਆਪਣੇ ਵੱਡੇ ਭਾਈ ਦੀ ਗੱਲ ਸੁਣ ਕੇ ਕਹਿੰਦੇ ਹਨ, ਮੁਗਲ ਸਖਾਂ ਪੋਤਰੇ ਰਿਸ ਛਾਈ। ਕਿ ਭਾਈ ਸਾਹਿਬ ਅਸੀਂ ਨਹੀਂ ਲੜੇ, ਮੁਗਲ ਸਖਾਂ ਦਾ ਪੋਤਰਾ ਲੰਘਿਆ ਜਾ ਰਿਹਾ ਸੀ, ਉਹਦੇ ਮਨ 'ਚ ਪੁਰਾਣੀ ਦੁਸ਼ਮਣੀ ਯਾਦ ਆ ਗਈ।
बैर पितामे को संभारा। ਉਹਨੇ ਆਪਣੇ ਦਾਦੇ ਦੀ ਮੌਤ ਦਾ ਬਦਲਾ ਲੈਣ ਵਾਸਤੇ ਸਾਡੇ ਤੇ ਹਮਲਾ ਕੀਤਾ ਸੀ। हम सो रचहयो करण को रारा। ਉਹ ਆਪਣੇ ਦਾਦੇ ਮੁਗਲਸ ਖਾਨ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ, ਜੋ ਸਾਡੇ ਦਾਦਾ ਜੀ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਨੇ ਸ੍ਰੀ ਅੰਮ੍ਰਿਤਸਰ ਦੇ ਜੰਗ 'ਚ ਮਾਰਿਆ ਸੀ ਨਾ ਮੁਗਲਸ ਖਾਨ, ਉਹਦਾ ਇਹ ਪੋਤਾ ਸੀਗਾ ਜਿਹੜਾ ਬਦਲੇ ਦੀ ਭਾਵਨਾ ਨਾਲ ਆਇਆ ਸੀ। सेना प्रेरी निज समुदाय। ਆਪਣੀ ਸਾਰੀ ਫੌਜ ਲੈ ਕੇ ਆ ਗਿਆ ਸਾਡੇ ਮਹਿਲਾਂ ਨੂੰ ਲੁੱਟਣ ਵਾਸਤੇ। सब वहीर हमरे पर आई। ਸਾਡੇ ਵਹੀਰ ਦੇ ਉੱਤੇ ਉਹਦੀ ਮਾੜੀ ਅੱਖ ਸੀਗੀ ਵੀ ਵਹੀਰ ਲੁੱਟ ਲਵਾਂਗੇ, ਸਮਾਨ, ਗੱਡੇ ਰੇੜੇ, ਘੋੜੇ ਤੇ ਨਾਲੇ ਮਾਤਾਵਾਂ ਜਿਹਦੇ ਡੋਲੇ। ਇੱਦਾਂ ਮਾੜੀ ਬਿਰਤੀ ਨਾਲ ਆਇਆ ਸੀ ਚੜ੍ਹ ਕੇ ਤੁਰਕ। सुध पाई हम जात अगारी। ਅਸੀਂ ਅੱਗੇ ਜਾ ਰਹੇ ਸੀ, ਸਾਨੂੰ ਸਿੱਖਾਂ ਨੇ ਖਬਰ ਦਿੱਤੀ ਸੀ ਵੀ ਮੁਗਲਸ ਖਾਂ ਦਾ ਪੋਤਾ ਤੁਹਾਡੇ ਮਹਿਲਾਂ ਨੂੰ, ਤੁਹਾਡੀਆਂ ਵਹੀਰਾਂ ਨੂੰ ਘੇਰ ਕੇ ਖੜ ਗਿਆ ਹੈ। बहुर पितामे गिरा बेचारी। ਅਸੀਂ ਮਹਾਰਾਜ 6ਵੇਂ ਪਾਤਸ਼ਾਹ ਦਾ ਬਚਨ ਚੇਤੇ ਕੀਤਾ, जंग करण को बरजे होते। ਕਿਉਂਕਿ ਸਤਿਗੁਰੂ 6ਵੇਂ ਪਾਤਸ਼ਾਹ ਨੇ ਸਾਨੂੰ ਜੰਗ ਕਰਨ ਤੋਂ ਰੋਕਿਆ ਹੋਇਆ ਹੈ। हम हट रहे जान सो मते। ਇਹ ਜਾਣ ਕੇ ਵੀ ਮਹਾਰਾਜ ਦੇ ਹੁਕਮ ਵਿੱਚ ਰਹਿਣਾ ਹੈ, ਜੰਗ ਨਹੀਂ ਕਰਨਾ। ਅਸੀਂ ਉੱਥੇ ਖਲੋਤੇ ਰਹੇ। भगतु सुत बड़ होतो पिछारी। ਭਾਈ ਭਗਤੂ ਜੀ ਦੇ ਪੁੱਤਰ ਭਾਈ ਗੋਰਾ ਉਹ ਪਿੱਛੇ ਪਿੱਛੇ ਆ ਰਿਹਾ ਸੀ। ਤਿੰਨ ਤੁਰਕਨ ਕੀ ਚਮੂ ਨਿਹਾਰੀ। ਉਹਨੇ ਜਦੋਂ ਵੇਖਿਆ ਵੀ ਤੁਰਕਾਂ ਦੀ ਫੌਜ ਨੇ ਗੁਰੂ ਕੇ ਮਹਿਲਾਂ ਨੂੰ ਘੇਰਾ ਪਾ ਲਿਆ ਹੈ। ਜਬ ਵਹੀਰ ਪਰ ਆਵਨ ਲਾਗੀ। ਜਦੋਂ ਇਹ ਤੁਰਕ ਚੜ ਕੇ ਵਹੀਰ ਤੇ ਪੈ ਗਏ, ਵਹੀਰ ਨੂੰ ਮਾਰਨ ਲੱਗੇ, ਗੁਰੂ ਦੇ ਪਰਿਵਾਰਾਂ ਨੂੰ, ਬੱਚਿਆਂ ਨੂੰ, ਬੀਬੀਆਂ ਨੂੰ ਲੁੱਟਣ ਲੱਗੇ। ਹਤ ਸ਼ਸਤਰ ਤਹ ਤਬ ਰਹਿ ਜਾਗੀ। ਤਾਂ ਭਾਈ ਗੋਰੇ ਦੇ ਸਾਥੀਆਂ ਨੇ ਮਿਆਨ ਚੋਂ ਤੇਗਾਂ ਧੂ ਲਈਆਂ, ਬੰਦੂਕਾਂ ਸਿੱਧੀਆਂ ਕਰਤੀਆਂ ਤੇ ਕਾੜ ਕਾੜ ਕਰਦੀਆਂ ਗੋਲੀਆਂ ਦੁਸ਼ਮਣ ਵੱਲ ਦਾਗ ਦਿੱਤੀਆਂ। ਆਪਣੇ ਸਭ ਬਚਾਏ ਸੋ ਮਾਰੇ। ਆਪਣੇ ਸਿੱਖ ਲਗਭਗ ਸਾਰੇ ਬਚ ਗਏ, ਪਰ ਵਹੀਰ ਸਾਰੀ ਬਚਾ ਲੈਂਦੀ। ਭਾਈ ਗੋਰੇ ਨੇ ਤੁਰਕਾਂ ਦੇ ਬੰਦੇ ਕਾਫੀ ਮਾਰ ਦਿੱਤੇ ਜੰਗ ਵਿੱਚ। ਦਿਸ਼ਾ ਪਰੀ ਨਿਜ ਦਿਸ਼ਾ ਸਿਧਾਰੇ। ਤੇ ਰਾਤ ਪਈ, ਤੁਰਕ ਆਪਣੇ ਅਗਾਂ ਨੂੰ ਲੰਘ ਗਏ, ਭਾਵ ਦੁਬਾਰਾ ਫਿਰ ਤੁਰਕਾਂ ਨੇ ਛੇੜਖਾਨੀ ਕਰਨ ਦੀ ਜੁਰਤ ਨਹੀਂ ਕੀਤੀ। ਆਚਕ ਭੇਰ ਭਰਿਓ ਇਸ ਭਾਂਤ। ਅਚਾਨਕ ਇਹ ਲੜਾਈ ਹੋਈ ਹੈ, ਕੋਈ ਗਿਣਮਿਥ ਕੇ ਨਹੀਂ ਹੋਈ। ਪਹਿਲਾਂ ਇਸ ਲੜਾਈ ਦਾ ਕਿਸੇ ਨੂੰ ਵੀ ਸੁਪਨਾ ਨਹੀਂ ਸੀ, ਰਾਹ ਜਾਂਦਿਆਂ ਹੀ ਹੋ ਗਈ ਹੈ। ਦੋਹ ਦਿਸ਼ ਹਟੇ ਭਰੀ ਲਖ ਰਾਤ। ਦੋਵਾਂ ਪਾਸਿਆਂ ਤੋਂ ਹਨੇਰਾ ਪੈ ਗਿਆ ਸੀ, ਇਸ ਕਰਕੇ ਭਾਈ ਗੋਰਾ ਵੀ ਆਪਣੀ ਫੌਜ ਲੈ ਕੇ ਅੱਗੇ ਤੁਰ ਗਿਆ ਤੇ ਮੁਗਲਸ ਖਾਂ ਦਾ ਪੋਤਾ ਵੀ ਅੱਗੇ ਲੰਘ ਗਿਆ। ਦੋਹਰਾ ਬਸਤ ਭਏ ਸ੍ਰੀ ਸਤਿਗੁਰੂ। ਇਸ ਤਰ੍ਹਾਂ ਮਹਾਰਾਜ ਨੇ ਆਪਣੇ ਭਰਾ ਧੀਰਮਲ ਨੂੰ ਇਸ ਲੜਾਈ ਦਾ ਵੇਰਵਾ ਦੱਸਿਆ ਹੈ ਤੇ ਆਪ ਸਤਿਗੁਰੂ ਜੀ ਇੱਥੇ ਸ੍ਰੀ ਕਰਤਾਰਪੁਰ ਸਾਹਿਬ ਰਹਿਣਗੇ। ਬਸਤ ਭਏ ਸ੍ਰੀ ਸਤਿਗੁਰੂ। ਮਹਾਰਾਜ ਜੀ ਸਤਿਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਵਸੇ ਹਨ। ਆਪਣੇ ਪੁਰ ਕਰਤਾਰ। ਆਪਣੀ ਪਾਵਨ ਪਵਿੱਤਰ ਨਗਰੀ ਕਰਤਾਰਪੁਰ ਜਿਹੜੀ ਪੰਜਵੇਂ ਪਾਤਸ਼ਾਹ ਜੀ ਨੇ ਵਸਾਈ ਹੈ। ਬ੍ਰਿੰਦ ਸੰਗਤਾਂ ਦਿਸ਼ਨ ਤੇ। ਦੁਆਬੇ ਦੀਆਂ ਸੰਗਤਾਂ ਚਾਰੇ ਪਾਸਿਓਂ ਉੱਤਰ ਦੱਖਣ ਪੂਰਬ ਪੱਛਮ ਤੋਂ ਚੱਲ ਕੇ ਆਵਹਿ ਚੱਲੀ ਉਦਾਰ। ਗੁਰੂ ਸਾਹਿਬ ਦੇ ਦਰਸ਼ਨਾਂ ਲਈ ਕਰਤਾਰਪੁਰ ਆਉਂਦੀਆਂ ਹਨ। ਪਰਵ ਦਿਵਸ ਮਹਿ ਲਾਗਹਿ ਮੇਲਾ। ਜਦੋਂ ਕੋਈ ਦੀਵਾਲੀ ਦਾ ਜਾਂ ਵਿਸਾਖੀ ਦਾ ਜਾਂ ਕੋਈ ਗੁਰਪੂਰਬ ਦਾ ਜੋੜ ਮੇਲਾ ਲੱਗਦਾ ਹੈ, ਪ੍ਰੋਗਰਾਮਨ ਤੇ ਹੋਏ ਸਕੇਲਾ। ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਇਕੱਠੇ ਹੁੰਦੇ ਆ ਵੀ ਚਲੋ ਮਹਾਰਾਜ ਦੇ ਦਰਸ਼ਨ ਕਰਨ ਚਲੀਏ। ਸੰਤ ਮਹੰਤ ਮਸੰਦ ਬਿਸਾਲਾ। ਬੜੇ ਬੜੇ ਸੰਤ ਮਹੰਤ ਗੁਰੂ ਘਰ ਦੇ ਮੁਖੀਏ ਮਸੰਦ ਸੰਗਤਾਂ ਨੂੰ ਪ੍ਰੇਰ ਕੇ ਲਿਆਉਂਦੇ, ਚਲੋ ਭਾਈ ਗੁਰੂ ਕੇ ਪਿਆਰਿਓ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਈਏ, ਮਹਾਰਾਜ ਦੀ ਬਾਣੀ ਪੜ੍ਹੀਏ, ਕਥਾ ਕੀਰਤਨ ਸੁਣੀਏ, ਨਾਮ ਜਪੀਏ। ਇੱਦਾਂ ਦੀ ਪ੍ਰੇਰਣਾ ਮਸੰਦ ਦਿੰਦੇ ਨੇ ਸੰਗਤਾਂ ਨੂੰ ਤੇ ਸੰਗਤਾਂ ਇਕੱਠੀਆਂ ਹੋ ਕੇ ਮਸੰਦਾਂ ਦੀ ਅਗਵਾਈ ਵਿੱਚ ਗੁਰੂ ਘਰ ਆਉਂਦੀਆਂ ਨੇ। ਪਹੁੰਚੇ ਤਜ ਨਿਜ ਦੇਸ਼ਨ ਜਾਲਾ। ਆਪਣੇ ਆਪਣੇ ਇਲਾਕਿਆਂ ਨੂੰ, ਆਪਣੇ ਆਪਣੇ ਦੇਸ਼ਾਂ ਨੂੰ ਛੱਡ ਕੇ, ਆਪਣੇ ਆਪਣੇ ਘਰਾਂ ਦੇ ਕੰਮਾਂ ਨੂੰ ਸਮੇਟ ਕੇ ਸਿੱਖ ਗੁਰੂ ਸਾਹਿਬਾਂ ਕੋਲ ਕਰਤਾਰਪੁਰ ਪਹੁੰਚ ਰਹੇ ਨੇ। ਸੰਨਿਆਸੀ ਬੈਰਾਗੀ ਕਨੇ। ਕਈ ਸੰਪਰਦਾਵਾਂ ਦੇ ਸਾਧੂ, ਸੰਨਿਆਸੀ ਤੇ ਬੈਰਾਗੀ। ਸਿੱਖ ਸੰਗਤਾਂ ਕੋ ਕਿਮ ਗਿਨੇ। ਸਿੱਖ ਸੰਗਤਾਂ ਦੀ ਵੀ ਕੋਈ ਗਿਣਤੀ ਨਹੀਂ। ਸਭ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਦੇ ਮਹਾਤਮਾ ਮਹਾਂਪੁਰਸ਼ ਜਿਹੜੇ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਹੈ, ਕਿਉਂਕਿ ਸਾਧ ਸੰਗਤ ਜੀ ਰੱਬ ਕਿਸੇ ਦੇ ਪਿਓ ਦੀ ਪ੍ਰੋਪਰਟੀ ਨਹੀਂ ਹੈ। ਪ੍ਰਮਾਤਮਾ ਨੂੰ ਕੋਈ ਵੀ ਮਿਲ ਸਕਦਾ ਹੈ। ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ।
ਕਿਸੇ ਦੇ ਪਿਓ ਦਾ ਨਹੀਂ ਹੈ, ਭਾਵਨਾ ਦਾ ਭੁੱਖਾ ਹੈ ਭਗਵਾਨ ਪਰਮੇਸ਼ਰ। ਤੋ ਜਿਹੜੇ ਭਾਵਨਾ ਕਰਦੇ, ਭਾਵੇਂ ਸੰਨਿਆਸੀ ਹੋਣ, ਭਾਵੇਂ ਬੈਰਾਗੀ, ਹਿੰਦੂ ਹੋਣ, ਮੁਸਲਮਾਨ ਹੋਣ, ਉਹ ਜਦੋਂ ਪ੍ਰਮਾਤਮਾ ਦੇ ਰਾਹ 'ਤੇ ਤੁਰਦੇ ਹਨ, ਸਾਧਨਾ ਕਰਦੇ ਹਨ, ਤਾਂ ਸਾਧਨਾ ਵਿੱਚ ਕਈ ਦਿੱਕਤਾਂ ਵੀ ਆਉਂਦੀਆਂ ਹਨ। ਜਦੋਂ ਸਾਧਨਾ ਕਰਦਿਆਂ ਰੁਕਾਵਟ ਪੈਂਦੀ ਹੈ, ਉਹ ਰੁਕਾਵਟ ਹੁਣ ਕੌਣ ਦੂਰ ਕਰ ਸਕਦਾ ਪੂਰੇ ਗੁਰੂ ਤੋਂ ਬਿਨਾਂ? ਉਹ ਗੁਰੂ ਮਹਾਰਾਜ ਕੋਲ ਆ ਜਾਂਦੇ ਹਨ। ਵੱਖਰੀਆਂ ਵੱਖਰੀਆਂ ਸੰਪਰਦਾਵਾਂ ਦੇ ਸਾਧੂ, ਸੰਨਿਆਸੀ, ਬੈਰਾਗੀ, ਸੂਫੀ ਸੰਤ, ਮੁਸਲਮਾਨਾਂ ਵਿੱਚੋਂ ਵੀ, ਹਿੰਦੂਆਂ ਵਿੱਚੋਂ ਵੀ ਆ ਕੇ ਗੁਰੂ ਸਾਹਿਬ ਦੀ ਸੰਗਤ ਕਰਦੇ। 2-2 ਮਹੀਨੇ, 4-4 ਮਹੀਨੇ, 6-6 ਮਹੀਨੇ ਮਹਾਰਾਜ ਦੇ ਨਾਲ ਹੀ ਰਹਿੰਦੇ ਸਾਧੂ। 500-500 ਸਾਧੂ ਮਹਾਰਾਜ ਦੇ ਨਾਲ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ 500-500, 700-700 ਸਾਧੂ ਰਿਹਾ ਕਰਦਾ ਸੀ, ਜਿਹੜੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਸਨ, ਸਾਧਨਾ ਕਰਦੇ ਸਨ। ਉਹ ਪੱਕੇ ਤੌਰ 'ਤੇ ਹੀ ਗੁਰੂ ਸਾਹਿਬ ਦੇ ਕੋਲ ਆ ਕੇ ਕੋਈ 6 ਮਹੀਨੇ ਸੇਵਾ ਕਰਦਾ, ਕੋਈ ਸਾਲ, ਕਈ ਪੱਕੇ ਤੌਰ 'ਤੇ ਸਦਾ ਹੀ ਵਾਸਤੇ ਮਹਾਰਾਜ ਕੋਲ ਰਹੇ ਹਨ ਵੀ ਨਾਮ ਜਪੀਏ ਤੇ ਆਪਣਾ ਜੀਵਨ ਸਫਲਾ ਕਰੀਏ। ਭਾਂਤ ਭਾਂਤ ਕੀ ਲੈ ਉਪਹਾਰ, ਭਾਂਤ ਭਾਂਤ ਦੀਆਂ ਭੇਟਾਵਾਂ, ਭਾਂਤ ਭਾਂਤ ਦੇ ਉਪਹਾਰ ਲੈ ਕੇ ਆਉਂਦੇ ਹਨ। ਪਹੁੰਚੇ ਹੈ ਸਤਿਗੁਰ ਕੇ ਦਰਬਾਰ, ਸ੍ਰੀ ਕਰਤਾਰਪੁਰ ਸਾਹਿਬ ਗੁਰੂ ਹਰਿਰਾਏ ਸਾਹਿਬ ਦੇ ਦਰਬਾਰ ਵਿੱਚ ਸਿੱਖ ਵਧੀਆ ਵਧੀਆ ਭੇਟਾਵਾਂ ਅਰਪਣ ਕਰਦੇ ਹਨ। ਦਰਸ਼ਨ ਪਰਸਹਿ ਬਾਂਸ਼ਤ ਪਾਵੈ ਹੈ, ਮਹਾਰਾਜ ਦੇ ਦਰਸ਼ਨ ਕਰਦੇ ਹਨ। ਜੋ ਵੀ ਮਨ 'ਚ ਇੱਛਾ ਹੁੰਦੀ ਹੈ, ਬਾਸ਼ਨਾ ਹੁੰਦੀ, ਉਹ ਹੀ ਪੂਰਾ ਪ੍ਰਾਪਤ ਕਰ ਲੈਂਦੇ ਹਨ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੈ। ਸਤਿਗੁਰੂ ਜੀ ਤੋਂ ਮੂੰਹ ਮੰਗੀਆਂ ਮੁਰਾਦਾਂ ਸਿੱਖ ਪ੍ਰਾਪਤ ਕਰਦੇ ਹਨ। ਮੇਲਾ ਹੋਤ ਦਸ਼ਨ ਤੇ ਆਵੈ ਹੈ, ਔਰ ਸਾਧ ਸੰਗਤ ਜੀ ਮਹਾਰਾਜ ਦੇ ਕੋਲ ਮੇਲਾ ਭਰਿਆ ਹੀ ਰਹਿੰਦਾ ਹੈ। ਕੋਈ ਕਿਸੇ ਪਾਸਿਓਂ, ਕੋਈ ਕਿਸੇ ਪਾਸਿਓਂ। ਕਦੀ ਲਾਹੌਰ ਦੀ ਸੰਗਤ ਆ ਗਈ, ਕਦੀ ਮੁਲਤਾਨ ਦੀ ਆ ਗਈ, ਕਦੀ ਕਸ਼ਮੀਰ ਦੇ ਸਿੱਖ ਆ ਗਏ, ਕਦੀ ਮਾਲਵੇ ਦੇ, ਕਦੀ ਮਾਝੇ ਦੇ, ਕਦੀ ਦੁਆਬੇ ਦੇ, ਕਦੀ ਸਾਧ ਸੰਗਤ ਜੀ ਪੋਠੋਹਾਰ ਦੇ, ਕਦੀ ਪੁਆਧ ਦੇ ਇਲਾਕੇ 'ਚੋਂ, ਦੂਰੋਂ ਦੂਰੋਂ ਸੰਗਤਾਂ ਜਥੇ ਬੰਨ ਬੰਨ ਕੇ ਗੁਰੂ ਸਾਹਿਬ ਕੋਲ ਆਉਂਦੀਆਂ ਹਨ। ਸਤਨਾਮ ਉਪਦੇਸ਼ਨ ਕਰੈ, ਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਸਭ ਨੂੰ ਸਤਨਾਮ ਸ੍ਰੀ ਵਾਹਿਗੁਰੂ ਦਾ ਉਪਦੇਸ਼ ਦਿੰਦੇ ਹਨ। ਹੇ ਭਾਈ, ਨਾਮ ਜਪੋ। ਨਾਮ ਜਪੇ ਤੋਂ ਬਿਨਾਂ ਬੇੜਾ ਪਾਰ ਨਹੀਂ ਲੰਘਣਾ। ਬਿਨ ਹਰ ਭਜਨ ਨਹੀਂ ਛੁਟਕਾਰਾ। ਭਜਨ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ, ਕਿਸੇ ਦਾ ਵੀ ਨਹੀਂ ਹੋਇਆ ਤੇ ਭਾਈ ਤੁਹਾਡਾ ਵੀ ਨਹੀਂ ਹੋਣਾ। ਇਸ ਕਰਕੇ ਨਾਮ ਜਪੋ। ਇਹ ਮਹਾਰਾਜ ਸਾਰੀ ਦੁਨੀਆ ਨੂੰ, ਹਿੰਦੂ ਹੋਵੇ, ਮੁਸਲਮਾਨ ਹੋਵੇ, ਕੋਈ ਹੋਵੇ, ਸੰਨਿਆਸੀ, ਬੈਰਾਗੀ, ਗ੍ਰਸਤੀ, ਕਿਸੇ ਧਰਮ ਦਾ ਹੋਵੇ, ਕਿਸੇ ਆਸ਼ਰਮ ਦਾ ਹੋਵੇ, ਸਭ ਨੂੰ ਨਾਮ ਜਪਣ ਦੀ ਮਹਾਰਾਜ ਪ੍ਰੇਰਣਾ ਦਿੰਦੇ ਹਨ। ਸੁਨਗਰ ਤੇ ਮਨ ਮਹਿ ਸਿੱਖ ਧਰੈ, ਗੁਰੂ ਸਾਹਿਬ ਦੇ ਬਚਨ ਸੁਣ ਕੇ ਸਿੱਖ ਉਹਨਾਂ ਬਚਨਾਂ ਨੂੰ ਆਪਣੇ ਮਨ 'ਚ ਧਾਰਨ ਕਰਦੇ ਹਨ। ਕੇਤਕ ਬ੍ਰਹਮ ਗਿਆਨ ਕੋ ਪਾਏ, ਕਈ ਬ੍ਰਹਮ ਗਿਆਨ ਦੇ ਅਧਿਕਾਰੀ ਬਣ ਗਏ, ਕਿਉਂਕਿ ਸਾਰੇ ਤਾਂ ਬ੍ਰਹਮ ਗਿਆਨੀ ਬਣ ਨਹੀਂ ਸਕਦੇ। ਸਾਰਿਆਂ ਦੀ ਸੁਰਤ ਇੰਨੀ ਉੱਚੀ ਉਡਾਰੀ ਮਾਰਦੀ ਨਹੀਂ। ਕੋਈ ਸ਼ੁਭ ਕਰਮਾਂ ਵਿੱਚ ਲੱਗ ਜਾਂਦੇ ਹੈ, ਕੋਈ ਭਗਤੀ ਉਪਾਸਨਾ ਵਿੱਚ ਤੇ ਕੋਈ ਗਿਆਨ ਵਿੱਚ। ਆਨੰਦ ਆਤਮ ਬਿਖੈ ਸਮਾਏ, ਜਿਨ੍ਹਾਂ ਨੂੰ ਮਹਾਰਾਜ ਕਿਰਪਾ ਕਰਦੇ ਹੈ, ਉਹਨਾਂ ਨੂੰ ਆਤਮਿਕ ਆਨੰਦ ਦਿੰਦੇ ਹੈ। ਆਪਣੀ ਆਤਮਾ ਦੇ ਵਿੱਚ ਹੀ ਪਰਮਾਤਮਾ ਦੇ ਦਰਸ਼ਨ ਕਰਾ ਦਿੰਦੇ ਨੇ। ਜਿਵੇਂ ਗੁਰਬਾਣੀ ਵਿੱਚ ਫਰਮਾਨ ਹੈ, ਏਕ ਕ੍ਰਿਸ਼ਨੰ ਤਾਂ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਸਾਰੇ ਦੇਵਤਿਆਂ ਤੋਂ ਵੱਡਾ ਦੇਵਤਾ ਤੇ ਆਤਮਦੇਵ ਹੀ ਹੈ, ਕਿਉਂਕਿ ਆਤਮਦੇਵ ਹੀ ਪਰਮਾਤਮ ਦੇਵ ਹੈ। ਬਸ ਜਿਸ ਨੇ ਇਸ ਗੱਲ ਨੂੰ ਸਮਝ ਲਿਆ, ਉਹਨੇ ਪਰਮਾਤਮਾ ਦਾ ਭੇਦ ਪਾ ਲਿਆ। ਗੁਰੂ ਸਾਹਿਬ ਕਿਰਪਾ ਕਰਦੇ ਹਨ, ਆਪਣੇ ਸਿੱਖਾਂ ਨੂੰ ਆਤਮ ਗਿਆਨੀ ਬਣਾ ਦਿੰਦੇ ਹਨ। ਕੇਤਕ ਨਵਨੇ ਧੁਨ ਕੋ ਪਾਵੈ, ਕਈ ਮਹਾਰਾਜ ਦੀ ਸੇਵਾ ਕਰਕੇ 9 ਨਿਧੀਆਂ ਤੇ 18 ਸਿੱਧੀਆਂ ਪ੍ਰਾਪਤ ਕਰ ਲੈਂਦੇ ਹਨ। ਜਨਮ ਜਨਮ ਕੇ ਕਸ਼ਟ ਮਿਟਾਵੈ, ਜਨਮ ਜਨਮਾਂਤਰਾਂ ਦੇ ਕਸ਼ਟ ਕੱਟੇ ਜਾਂਦੇ ਹਨ। ਨਾਮ ਜਪ ਕੇ, ਬਾਣੀ ਪੜ੍ਹ ਕੇ, ਸਿਮਰਨ ਕਰਕੇ, ਵੱਖਰੀ ਵੱਖਰੀ ਅਵਸਥਾ 'ਚ ਕੋਈ 9 ਨਿਧੀਆਂ 18 ਸਿੱਧੀਆਂ ਮੰਗਦਾ, ਉਹ ਮਿਲ ਜਾਂਦੀਆਂ। ਕੋਈ ਭਗਤੀ ਮੰਗਦਾ, ਉਹਨੂੰ ਭਗਤੀ ਮਿਲ ਜਾਂਦੀ। ਕੋਈ ਗਿਆਨ ਮੰਗਦਾ, ਉਹਨੂੰ ਗਿਆਨ ਮਿਲ ਜਾਂਦਾ ਹੈ। ਸਿੱਧ 18 ਪ੍ਰਾਪਤ ਹੋਏ, 18 ਸਿੱਧੀਆਂ ਗੁਰੂ ਸਾਹਿਬ ਦੀ ਸੇਵਾ ਵਿੱਚ ਹਨ। ਨਵ ਨਿਧ ਰਿੱਧ ਸਿੱਧ ਲਾਗ ਰਹੀ ਜਨ ਪਾਈ, ਭਗਤਨ ਕੋ ਆਨੰਦ ਸਗਲ ਹੀ ਜਾਈ।
ਮਹਾਰਾਜ ਦੇ ਭਗਤਾਂ ਨੂੰ ਹਰ ਜਗ੍ਹਾ ਤੇ ਸੁੱਖ ਹੈ, ਹਰ ਜਗ੍ਹਾ ਤੇ ਆਨੰਦ ਹੈ, ਖੇੜਾ ਹੀ ਖੇੜਾ ਹੈ। ਅਜ਼ਮਤ ਸਕਲ ਪਾਂਤ ਕੀ ਕੋਏ। ਕੋਈ ਮਹਾਰਾਜ ਕੋਲੋਂ ਹਰ ਪ੍ਰਕਾਰ ਦੀਆਂ ਕਰਾਮਾਤਾਂ ਲੈ ਜਾਂਦਾ ਹੈ, ਕਿਉਂਕਿ ਜੋ ਕਿਸੇ ਦੀ ਭੁੱਖ ਹੈ ਮਹਾਰਾਜ ਉਹੋ ਜਿਹਾ ਹੀ ਉਹਨੂੰ ਪ੍ਰਸ਼ਾਦਾ ਛਕਾਉਂਦੇ ਹਨ। ਬਾਣੀ 'ਚ ਬਚਨ ਹੈ, ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾਕਾ ਸੁਆਮੀ। ਮਹਾਰਾਜ ਜਿਹੋ ਜਿਹੀ ਕਿਸੇ ਦੀ ਇੱਛਾ ਹੈ ਨਾ ਉਹੋ ਜਿਹੀ ਪੂਰੀ ਕਰ ਦਿੰਦੇ ਹਨ। ਸਭ ਕਿਛ ਬਸ ਹੈ ਗੁਰੂ ਦਰਬਾਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਭ ਕੁਛ ਹੈ ਘਰ ਤਿਸ ਕੈ ਬਲਰਾਮ ਜੀਓ। ਸਾਰਾ ਕੁਝ ਮਹਾਰਾਜ ਦੇ ਦਰਬਾਰ ਵਿੱਚ ਵਸਦਾ ਹੈ, ਐਸੀ ਵਸਤੂ ਹੈ ਹੀ ਨਹੀਂ। ਮਹਾਰਾਜ ਦੇ ਬਚਨ ਨੇ, ਐਸੀ ਵਸਤ ਜਗਤ ਮੇਂ ਨਾਹੀ ਜੋ ਮੈਂ ਦਈ ਖਾਲਸੇ ਨਾਹੀ। ਐਸੀ ਤਾਂ ਦੁਨੀਆ ਦੀ ਚੀਜ਼ ਹੀ ਕੋਈ ਨਹੀਂ ਜਿਹੜੀ ਮੈਂ ਆਪਣੇ ਖਾਲਸੇ ਨੂੰ ਨਹੀਂ ਦੇ ਸਕਦਾ। ਸਾਰਾ ਕੁਝ ਹੀ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਦਿੰਦੇ ਹੈ, ਸਾਰਾ ਕੁਝ ਸਤਿਗੁਰਾਂ ਦੇ ਘਰ ਵਿੱਚ ਹੈ। ਦੇਤ ਸੇਵਕਨ ਸਦਾ ਉਦਾਰ। ਮਹਾਰਾਜ ਆਪਣੇ ਸਿੱਖਾਂ ਨੂੰ ਮੁਕਤੀ ਵੀ ਦਿੰਦੇ ਆ, ਭੁਗਤੀ ਵੀ ਦਿੰਦੇ ਆ, ਜੁਗਤੀ ਵੀ ਦਿੰਦੇ ਆ। ਮੁਕਤ ਭੁਗਤ ਜੁਗਤ ਤੇਰੀ ਸੇਵਾ। ਜਿਹੜਾ ਮਹਾਰਾਜ ਦੀ ਸੇਵਾ ਕਰੇ ਉਹਨੂੰ ਇਹ ਸਾਰੀਆਂ ਚੀਜ਼ਾਂ ਸੁਤੇ ਸਿੱਧ ਆਪੇ ਹੀ ਮਿਲ ਜਾਂਦੀਆਂ ਹਨ। ਇਸ ਬਿਦ ਕੇਤਕ ਦਿਵਸ ਬਿਤਾਏ। ਇਸ ਪ੍ਰਕਾਰ ਨਾਲ ਕੁਝ ਦਿਨ ਬਤੀਤ ਹੋ ਗਏ। ਪੁਰ ਕਰਤਾਰ ਬਸੇ ਸੁਖ ਪਾਏ। ਸ੍ਰੀ ਕਰਤਾਰਪੁਰ ਸਾਹਿਬ ਧਰਤੀ ਤੇ ਮਹਾਰਾਜ ਸਤਵੇਂ ਪਾਤਸ਼ਾਹ ਜੀ ਕਾਫੀ ਸਮਾਂ ਠਹਿਰੇ। ਪਹਿਲਾਂ ਵੀ ਆਏ ਸਨ, ਆਪਣੇ ਭਾਈ ਕੋਲ ਕੁਝ ਮਹੀਨੇ ਰਹਿ ਕੇ ਵਾਪਸ ਚਲੇ ਗਏ ਸਨ। ਹੁਣ ਦੁਬਾਰਾ ਫਿਰ ਆਏ ਹਨ, ਫਿਰ ਕੁਝ ਸਮਾਂ ਕਰਤਾਰਪੁਰ ਦੇ ਵਿੱਚ ਰਹੇ ਹਨ। ਬਲਖ ਬੁਖਾਰਾ ਆਦਿਕ ਦੇਸ਼। ਜਦੋਂ ਮਹਾਰਾਜ ਕਰਤਾਰਪੁਰ ਠਹਿਰੇ ਹੋਏ ਹਨ ਤੇ ਬਲਖ ਬੁਖਾਰਾ ਜੋ ਈਰਾਨ ਦੇ ਸ਼ਹਿਰ ਹਨ, ਜੋ ਅਫਗਾਨਿਸਤਾਨ, ਈਰਾਨ, ਇਰਾਕ ਵੱਲ ਦੇ ਸਿੱਖ ਹਨ, ਅਨਹ ਅਰਪਹ ਹੈਨ ਵਿਸ਼ੇਸ਼। ਉਧਰੋਂ ਵਧੀਆ ਵਧੀਆ ਘੋੜੇ ਲੈ ਕੇ ਆਉਂਦੇ, ਕਿਉਂਕਿ ਉਸ ਇਲਾਕੇ ਵਿੱਚ ਘੋੜੇ ਚੰਗੇ ਹੁੰਦੇ ਸੀ। ਅਰਬੀ ਘੋੜੇ, ਇਰਾਕੀ ਘੋੜੇ, ਸਿੰਧੀ ਘੋੜੇ, ਉਹ ਵੱਖਰੇ ਵੱਖਰੀ ਨਸਲਾਂ ਦੇ ਚੰਗੇ ਚੰਗੇ ਘੋੜੇ ਉਧਰੋਂ ਆਉਂਦੇ, ਮਹਾਰਾਜ ਸੱਚੇ ਪਾਤਸ਼ਾਹ ਨੂੰ ਭੇਟਾ ਕਰਦੇ ਸਿੱਖ। ਆਯੁਧ ਅਦਿਕ ਮੋਲ ਕੇ ਲਿਆਵਹ। ਤੇ ਉਧਰ ਦੇ ਸਿੱਖ ਸ਼ਸਤਰ ਵੀ ਵਧੀਆ ਲੈ ਕੇ ਆਉਂਦੇ, ਪਠਾਣੀ ਬੰਦੂਕਾਂ, ਤਲਵਾਰਾਂ, ਬਰਛੇ ਤੇ ਹੋਰ ਕਈ ਕਿਸਮ ਦੇ ਚੰਗੇ ਸ਼ਸਤਰ ਜਿਹੜੇ ਅਫਗਾਨਿਸਤਾਨ ਵਿੱਚ ਜਾਂ ਈਰਾਨ, ਇਰਾਕ 'ਚ ਬਣਦੇ ਨੇ, ਉਧਰੋਂ ਲੈ ਕੇ ਆਉਂਦੇ ਹਨ ਸਿੱਖ। ਪਸ਼ਮੰਬਰ ਆਦਿਕ ਅਰਪਾਵੈ। ਤੇ ਪਸ਼ਮੀਨੇ ਦੇ ਕੱਪੜੇ, ਜਿਨ੍ਹਾਂ ਨੂੰ ਬਹੁਤ ਮਹਿੰਗਾ ਕੱਪੜਾ ਮੰਨਦੇ, ਪਸ਼ਮ ਦੇ ਕੱਪੜੇ, ਉਹ ਮਹਾਰਾਜ ਵਾਸਤੇ, ਚੋਲਿਆਂ ਵਾਸਤੇ, ਗੁਰੂ ਕੇ ਸਾਹਿਬਜ਼ਾਦਿਆਂ ਵਾਸਤੇ, ਗੁਰੂ ਕੀਆਂ ਫੌਜਾਂ ਵਾਸਤੇ ਉਧਰੋਂ ਥਾਨਾਂ ਦੇ ਥਾਨ ਕੱਪੜਿਆਂ ਦੇ ਵੀ ਗੱਡਿਆਂ ਤੇ ਲੱਦ ਕੇ ਲਿਆਉਂਦੇ ਹਨ ਸਿੱਖ। ਪੁਰ ਕਸ਼ਮੀਰ ਔਰ ਮੁਲਤਾਨ। ਕਸ਼ਮੀਰ, ਜੰਮੂ ਕਸ਼ਮੀਰ ਜਿਹੜਾ ਇਲਾਕਾ ਹੈ ਪਹਾੜ ਦਾ, ਉੱਤਰੀ ਭਾਰਤ ਦਾ, ਔਰ ਉਧਰੋਂ ਮੁਲਤਾਨ ਜਿਹੜਾ ਪੱਛਮ ਦੇ ਵਿੱਚ ਪੰਜਾਬ ਦੇ ਵਿੱਚ ਨਗਰ ਹੈ। ਢੱਠਾ ਪੱਖਰ ਦੇਸ਼ ਮਹਾਨ। ਢੱਠਾ, ਪੱਖਰ, ਸੱਖਰ, ਇਹ ਜਿਹੜੇ ਦੇਸ਼ ਹਨ ਸਾਧ ਸੰਗਤ ਜੀ, ਕੋਈ ਸਿੰਧ ਹੈ, ਸਿੰਧ ਸੱਖਰ ਹੈ, ਇੱਦਾਂ ਹੀ ਠੱਠਾ ਹੈ, ਪੱਖਰ ਹੈ। ਇਹ ਜਿਹੜੇ ਅੱਜ ਕੱਲ੍ਹ ਪਾਕਿਸਤਾਨ ਵਿੱਚ ਰਹਿ ਗਏ ਇਲਾਕੇ, ਪਰਾਂ ਅਫਗਾਨਿਸਤਾਨ, ਉਸ ਤੋਂ ਪਰੇ ਈਰਾਨ, ਇੱਥੋਂ ਤੱਕ ਸੰਗਤਾਂ ਜਿਹੜੀਆਂ ਮਹਾਰਾਜ ਨੂੰ ਮੰਨਦੀਆਂ, ਸਾਰੀ ਧਰਤੀ 'ਤੇ ਗੁਰੂ ਨਾਨਕ ਦੇਵ ਜੀ ਗਏ ਨੇ, ਸਾਰੇ ਮੁਲਕਾਂ 'ਚ ਗਏ ਨੇ, ਜਿੱਥੇ ਜਿੱਥੇ ਬਾਬਾ ਜੀ ਗਏ ਨੇ ਉੱਥੇ ਉੱਥੇ ਸਿੱਖੀ ਦਾ ਬੂਟਾ ਲਾ ਕੇ ਆਏ ਨੇ। ਹਾਂਜੀ। ਦੱਖਣ ਪੂਰਬ ਪਰਬਤ ਵਾਸੀ। ਦੱਖਣ ਪੂਰਬ, ਦੱਖਣ ਦੇ ਵਿੱਚ ਬੁਰਹਾਨਪੁਰ, ਉਧਰ ਦੇਖ ਲਓ ਖੰਡਵਾ, ਇੰਦੌਰ, ਉਜੈਨ, ਉੱਥੇ ਸਿੱਖ ਰਹਿੰਦੇ ਸਨ। ਇੱਧਰ ਸਾਧ ਸੰਗਤ ਜੀ ਪੂਰਬ ਦੇ ਵਿੱਚ ਪਟਨਾ, ਮੁੰਗੇਰ ਤੇ ਅਸਾਮ, ਬੰਗਲਾਦੇਸ਼ ਦਾ ਢਾਕਾ, ਇੱਥੋਂ ਤੱਕ ਸਿੱਖ ਰਹਿੰਦੇ ਸਨ। ਉਹ ਸਾਰੇ ਜਿੰਨੇ ਵੀ ਸਿੱਖ ਹਨ ਗੁਰੂ ਦੇ ਪਿਆਰ ਵਾਲੇ, ਮਹਾਰਾਜ ਵਾਸਤੇ ਸਾਰੇ ਇਲਾਕਿਆਂ 'ਚੋਂ ਵਧੀਆ ਵਧੀਆ ਤੋਹਫੇ ਭੇਜਦੇ ਹਨ। ਤਪੀ ਦਿਗੰਬਰ ਜਪੀ ਉਦਾਸੀ। ਬੜੇ ਬੜੇ ਤਪੀਸਰ, ਤਪੀ ਦਿਗੰਬਰ ਜਿਹੜੇ ਨੰਗੇ ਰਹਿੰਦੇ, ਕੋਈ ਕੱਪੜਾ ਸਰੀਰ 'ਤੇ ਨਹੀਂ ਪਹਿਨਦੇ, ਉਹਨਾਂ ਨੂੰ ਦਿਗੰਬਰ ਕਹਿੰਦੇ, ਨਾਂਗੇ ਸਾਧੂ। ਔਰ ਜਿਹੜੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਤਪ ਕਰਦੇ, ਸੰਨਿਆਸੀ, ਬੈਰਾਗੀ, ਜੋਗੀ, ਜੰਗਮ। ਹਾਂਜੀ। ਗ੍ਰਹਸਤੀ ਕੈ ਬਰਕਤ ਨਰ ਹੋਏ। ਗ੍ਰਹਸਤੀ ਜਿਨ੍ਹਾਂ ਦੇ ਪਰਿਵਾਰ ਨੇ, ਬਾਲ ਬੱਚੇ ਨੇ, ਜਾਂ ਜਿਹੜੇ ਬਰਕਤ ਭਾਵ ਜਿਨ੍ਹਾਂ ਨੇ ਵਿਆਹ ਸ਼ਾਦੀ ਨਹੀਂ ਕਰਾਈ, ਘਰ-ਬਾਰ ਛੱਡੇ ਹੋਏ ਨੇ, ਉਹ ਸਾਰੇ ਗੁਰੂ ਘਰ 'ਚ ਇਕੱਠੇ ਰਹਿੰਦੇ ਨੇ। ਵੈਸੇ ਤਾਂ ਗ੍ਰਹਸਤੀਆਂ ਦਾ ਰਸਤਾ ਵੱਖਰਾ ਹੁੰਦਾ ਅਤੇ ਸੰਨਿਆਸੀਆਂ ਦਾ, ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ, ਬੇਹੰਗਮ, ਬੇਰਕਤ, ਉਹਨਾਂ ਦਾ ਰਸਤਾ ਵੱਖਰਾ ਹੁੰਦਾ।
ਪਰ ਗੁਰੂ ਘਰ ਦੇ 'ਚ ਸਤਿਕਾਰ ਦੋਵਾਂ ਦਾ ਹੈ। ਇਹ ਨਹੀਂ ਵੀ ਇਕੱਲੇ ਗ੍ਰਸਤੀਆਂ ਦਾ ਸਤਿਕਾਰ ਹੈ, ਗ੍ਰਸਤੀਆਂ ਦਾ ਵੀ ਬਰਾਬਰ ਸਤਿਕਾਰ ਹੈ। ਜਿਹੜੇ ਬਿਹੰਗਮ ਰਹਿੰਦੇ ਨੇ ਸੇਵਾ ਵਾਸਤੇ, ਆਪਣਾ ਜੀਵਨ ਗੁਰੂ ਪੰਥ ਦੇ ਲੇਖੇ ਲਾ ਦਿੰਦੇ ਨੇ, ਉਹਨਾਂ ਨੂੰ ਕੋਈ ਸਵਾਰਥ ਨਹੀਂ ਹੁੰਦਾ, ਉਹ ਵੀ ਮਹਾਰਾਜ ਦੇ ਕੋਲ ਮਹਾਂਪੁਰਸ਼ ਰਹਿੰਦੇ ਹਨ। ਦਰਸਹਿ ਆਨ ਗੁਰੂ ਸਭ ਕੋਏ, ਸਾਰੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ। ਸਿੱਖ ਜੇ ਦਰਬ ਕਮਾਵਨ ਕਰਹੀ, ਕਹਿੰਦੇ ਜਿਹੜੇ ਸਿੱਖ ਗੁਰੂ ਦੇ ਪਿਆਰੇ ਕਿਰਤ ਬਿਰਤ ਕਰਦੇ ਆ, ਆਪਣੀ ਦਸਾਂ ਨੋਹਾਂ ਦੀ, ਕੋਈ ਵਪਾਰ ਕਰਦਾ ਹੈ, ਕੋਈ ਖੇਤੀ ਕਰਦਾ ਹੈ, ਕੋਈ ਬਿਜ਼ਨਸ ਕਰਦਾ ਹੈ, ਪੈਸਾ ਕਮਾਉਂਦੇ ਨੇ ਜਿਹੜੇ ਸਿੱਖ, ਦੇਹ ਦਸਵੰਧ ਅਗਰ ਗੁਰ ਧਰਹੀ, ਉਹ ਸਾਰੀ ਕਮਾਈ ਦਾ ਦਸਵੰਧ ਜ਼ਰੂਰ ਕੱਢਦੇ ਨੇ। ਦਸਵਾਂ ਹਿੱਸਾ ਜਿਹੜਾ ਹੈ ਨਾ ਉਹ ਜ਼ਰੂਰ ਕੱਢਦੇ ਨੇ, ਭਾਵੇਂ ਕੋਈ ਗਰੀਬ ਹੈ ਭਾਵੇਂ ਅਮੀਰ ਹੈ। ਜਿੰਨਾ ਵੀ ਪੈਸਾ ਤੁਹਾਡੇ ਕੋਲ ਆਉਂਦਾ ਹੈ ਉਹ ਦਸਵਾਂ ਹਿੱਸਾ ਗੁਰੂ ਦਾ ਦਿਓ, ਫਿਰ ਤੁਹਾਡਾ ਘਰ-ਬਾਰ ਕਾਰੋਬਾਰ ਜਿਹੜਾ ਨਾ ਉਹ ਦੁੱਗਣਾ ਚੌਗਣਾ ਹੋ ਜਾਂਦਾ। ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਬਚਨ ਨੇ, ਦਸਵੰਧ ਗੁਰੂ ਨੇ ਦੇਵੇ ਝੂਠ ਬੋਲ ਜੋ ਖਾਏ, ਕਹਿ ਗੋਬਿੰਦ ਸਿੰਘ ਲਾਲ ਜੀ ਸੋ ਧੱਕੇ ਜਮ ਖਾਏ। ਜਿਹੜਾ ਬੰਦਾ ਗੁਰੂ ਦਾ ਦਸਵੰਧ ਨਹੀਂ ਕੱਢਦਾ ਉਹ ਫਿਰ ਝੂਠ ਬੋਲ ਕੇ ਗੁਰੂ ਦਾ ਦਸਵੰਧ ਹੀ ਖਾਈ ਜਾਂਦਾ, ਕਹਿੰਦਾ ਮੇਰਾ ਗੁਜ਼ਾਰਾ ਨਹੀਂ ਹੁੰਦਾ। ਗੁਰੂ ਨੇ ਇੰਨਾ ਕੁਝ ਦਿੱਤਾ ਹੈ, 10 ਵਸਤੂ ਲੈ ਪਾਤਸ਼ਾਹ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ, ਏਕ ਭੀ ਨਾ ਦੇ 10 ਭੀ ਹਿਰ ਲੈ। ਬੰਦੇ ਤੈਨੂੰ ਵਾਹਿਗੁਰੂ ਨੇ 10 ਚੀਜ਼ਾਂ ਦਿੱਤੀਆਂ, ਜੇ ਵਾਹਿਗੁਰੂ ਤੈਨੂੰ ਸਾਰੀਆਂ ਹੀ ਨਾ ਦਵੇ, ਖੋਹ ਲਵੇ, ਏਕ ਵੀ ਨਾ ਦੇ 10 ਭੀ ਹਿਰ ਲੈ, ਤੋ ਮੂੜਾ ਕਹੋ ਕਹਾਂ ਕਰੇ, ਫਿਰ ਤੂੰ ਰੱਬ ਦਾ ਕੀ ਵਿਗਾੜ ਦੇਂਗਾ। ਸ਼ੁਕਰ ਕਰਨਾ ਚਾਹੀਦਾ, ਵਾਹਿਗੁਰੂ ਨੇ ਸਾਡੇ ਹੱਥ ਪੈਰ ਠੀਕ ਬਣਾਏ ਨੇ, ਅੱਖਾਂ ਠੀਕ ਨੇ, ਸਾਡਾ ਸਰੀਰ ਸਾਡੀ ਬਾਡੀ ਕੰਮ ਕਰਦੀ ਹੈ, ਅਸੀਂ ਕਮਾਈ ਕਰ ਰਹੇ ਹਾਂ। ਉਹਦੇ ਵਿੱਚੋਂ ਜਿਹੜਾ 10ਵਾਂ ਹਿੱਸਾ ਹੈ ਉਹ ਗੁਰੂ ਦੇ ਵਾਸਤੇ ਦਈਏ। ਦੇਣਾ ਕਿੱਥੇ ਹੈ? ਕਿਸੇ ਬਿਮਾਰ ਨੂੰ ਦਵਾਈ ਦੀ ਲੋੜ ਹੋਵੇ ਉਹਨੂੰ ਦਵਾਈ ਦਿਵਾਓ ਗੁਰੂ ਦੇ ਨਿਮਿਤ। ਕੋਈ ਬੱਚਾ ਅਨਪੜ੍ਹ ਹੈ ਉਹਨੂੰ ਪੜ੍ਹਾਈ ਕਰਾਓ ਗੁਰੂ ਦੇ ਨਿਮਿਤ। ਕਿਸੇ ਨੂੰ ਕੱਪੜੇ ਦੀ ਲੋੜ ਹੈ, ਕਿਸੇ ਬੱਚੀ ਦੇ ਵਿਆਹ ਸ਼ਾਦੀ ਦਾ ਖਰਚਾ ਹੈ, ਕੋਈ ਗੁਰਦੁਆਰੇ ਦੀ ਬਿਲਡਿੰਗ ਦੀ ਸੇਵਾ ਹੈ, ਕੋਈ ਲੰਗਰਾਂ ਦੀ ਸੇਵਾ ਹੈ, ਕੋਈ ਗੁਰੂ ਪੰਥ ਦੀ ਕਿਸੇ ਤਰ੍ਹਾਂ ਦੀ ਸੇਵਾ, ਉੱਥੇ ਆਪਣਾ ਦਸਵੰਧ ਦੇਣਾ ਚਾਹੀਦਾ। ਤੋ ਮਹਾਰਾਜ ਦੇ ਸਿੱਖ ਪੁਰਾਣੇ ਜਿਹੜੇ ਸੀ ਨਾ ਉਹ ਬੜੇ ਬੜੇ ਬਿਜ਼ਨਸਮੈਨ ਵੀ ਸੀ, ਕਰੋੜਾਂਪਤੀ ਵੀ ਸੀ, ਗਰੀਬ ਵੀ ਸੀ, ਅਮੀਰ ਵੀ ਸੀ। ਭਾਵੇਂ ਕੋਈ ਗਰੀਬ ਸਿੱਖ ਸੀ ਅਤੇ ਭਾਵੇਂ ਕੋਈ ਅਮੀਰ ਸੀ, ਗੁਰੂ ਦਾ ਦਸਵੰਧ ਜ਼ਰੂਰ ਕੱਢਦੇ ਸੀ। ਜਿਹੜੇ ਗੁਰੂ ਦਾ ਦਸਵੰਧ ਕੱਢਦੇ ਸੀ ਉਹਨਾਂ ਦੇ ਕੰਮਾਂ 'ਚ ਬਰਕਤ ਪੈਂਦੀ ਸੀ, ਗਰੀਬ ਵੀ ਅਮੀਰ ਹੋ ਜਾਂਦੇ ਸੀ, ਅਮੀਰ ਹੋਰ ਅਮੀਰ ਹੋ ਜਾਂਦੇ ਸੀ। ਇਸ ਤਰ੍ਹਾਂ ਮਹਾਰਾਜ ਦੇ ਸਿੱਖ ਜਿਹੜੇ ਆ ਦਸਵੰਧ ਗੁਰੂ ਦਾ ਲਿਆਉਂਦੇ ਹਨ। ਪੂਰੀ ਭੀੜ ਭਰੀ ਨਿਤ ਰਹੈ, ਗੁਰੂ ਦੇ ਦਰਬਾਰ 'ਚ ਸੰਗਤਾਂ ਦੀ ਬਹੁਤ ਭੀੜ ਰਹਿੰਦੀ ਹੈ। ਇੱਕ ਦੋ ਨਹੀਂ, ਹਜ਼ਾਰਾਂ ਹੀ ਸਿੱਖ ਜਿਹੜੇ ਨੇ ਮਹਾਰਾਜ ਦੇ ਕੋਲ ਰੋਜ਼ ਆਉਂਦੇ ਨੇ ਜਥੇ ਬੰਨ ਕੇ। ਸ਼੍ਰੀ ਸਤਿਗੁਰ ਦਰਬਾਰ ਜੇ ਹੈ, ਜਿਹੜਾ ਗੁਰੂ ਮਹਾਰਾਜ ਗੁਰੂ ਹਰਿਰਾਏ ਸਾਹਿਬ ਦਾ ਦਰਬਾਰ ਹੈ ਰੋਜ਼ ਭਰ ਜਾਂਦਾ ਹੈ, ਰੋਜ਼ ਸੱਜ ਜਾਂਦਾ ਹੈ। ਅਤੇ ਕਦੀ 1000 ਬੰਦਾ ਬੈਠਾ ਹੁੰਦਾ, ਕਦੀ 2000 ਬੈਠਾ ਹੁੰਦਾ, ਕਦੀ 10,000 ਸੰਗਤ ਆ ਜਾਂਦੀ ਹੈ। ਇੱਦਾਂ ਸੰਗਤਾਂ ਦੇ ਮੇਲੇ ਹੀ ਲੱਗੇ ਰਹਿੰਦੇ ਆ। ਹਾਂਜੀ, ਦੇਸ਼ਨ ਮਹਿ ਮਸੰਦ ਜੇ ਬ੍ਰਿੰਦ, ਜਿਹੜੇ ਮਸੰਦ ਦੇਸ਼ਾਂ 'ਚ ਪ੍ਰਦੇਸ਼ਾਂ 'ਚ ਗਏ ਹੋਏ ਨੇ ਗੁਰੂ ਘਰ ਦੇ ਪ੍ਰਚਾਰਕ, ਜਿਨ੍ਹਾਂ ਨੂੰ ਮਹਾਰਾਜ ਜੀ ਨੇ 22 ਮੰਜੀਆਂ ਸਥਾਪਿਤ ਕੀਤੀਆਂ ਸੀ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ, ਉਹ 52 ਬਣ ਗਈਆਂ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦੇ ਸਮੇਂ, ਫਿਰ ਵੱਧਦੀਆਂ ਗਈਆਂ। ਉਹ ਮਸੰਦਾਂ ਨੂੰ ਜਿਨ੍ਹਾਂ ਨੂੰ ਮਹਾਰਾਜ ਨੇ ਪਾਵਰਾਂ ਦਿੱਤੀਆਂ ਹੋਈਆਂ ਸੀ, ਭਗਤੀ ਵਾਲੇ ਸੀ, ਬੜੇ ਚੰਗੇ ਜੀਵਨ ਵਾਲੇ ਸੰਤ ਪੁਰਸ਼ ਸੀਗੇ। ਬਾਅਦ ਵਿੱਚ ਸਾਧ ਸੰਗਤ ਜਿਨ੍ਹਾਂ ਦਾ ਜੀਵਨ ਥੋੜ੍ਹਾ ਕੁਝ ਮਸੰਦਾਂ ਦਾ ਖਰਾਬ ਹੋ ਗਿਆ, ਮਾਇਆ ਦੇ ਲਾਲਚੀ ਹੋ ਗਏ, ਤਾਂ 10ਵੇਂ ਪਾਤਸ਼ਾਹ ਨੇ ਮਸੰਦਾਂ ਦੀ ਪ੍ਰਥਾ ਬੰਦ ਕਰਕੇ ਗੁਰਸੰਗਤ ਕੀਨੀ ਖਾਲਸਾ, ਸਿੱਧਾ ਗੁਰੂ ਨਾਲ ਸੰਗਤ ਨੂੰ ਜੋੜ ਲਿਆ, ਵਿਚੋਲੇ ਨਹੀਂ ਰਹੇ, ਖਾਲਸਾ ਬਣਾ ਲਿਆ। ਖਾਲਸਾ ਉਸ ਜ਼ਮੀਨ ਨੂੰ ਕਹਿੰਦੇ ਆ ਜਿਹੜੀ ਜ਼ਮੀਨ ਬਾਦਸ਼ਾਹ ਦੀ ਪਰਸਨਲ ਹੁੰਦੀ ਹੈ ਅਤੇ ਉਹਦੇ ਉੱਤੇ ਟੈਕਸ ਨਹੀਂ ਲੱਗਦਾ, ਉਹਦੀ ਸਾਰੀ ਆਮਦਨ ਬਾਦਸ਼ਾਹ ਦੇ ਸਿੱਧੀ ਆਪਣੀ ਜੇਬ ਵਿੱਚ ਜਾਂਦੀ ਹੈ, ਉਸ ਨੂੰ ਖਾਲਸਾ ਕਹਿੰਦੇ ਆ। ਮਹਾਰਾਜ ਨੇ ਸੰਗਤ ਨੂੰ ਆਪਣਾ ਖਾਲਸਾ ਕਿਹਾ, ਇਹਦੇ ਵਿੱਚ ਕੋਈ ਟੈਕਸ ਨਹੀਂ, ਕੋਈ ਵਿਚੋਲਾ ਨਹੀਂ। ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਰਹਿਤਨਾਮਿਆਂ ਵਿੱਚ ਵੀ ਆਉਂਦਾ, ਹੁਕਮਨਾਮਿਆਂ ਵਿੱਚ ਵੀ ਆਉਂਦਾ, ਸੰਗਤ ਮੇਰਾ ਖਾਲਸਾ ਹੈ। ਸਤਿਗੁਰੂ ਜੀ ਨੇ ਖਾਲਸਾ ਸੰਗਤ ਆਪਣੀ ਬਣਾਈ, ਉਹਨਾਂ ਨੂੰ ਇਹ ਬਖਸ਼ਿਸ਼ਾਂ ਕੀਤੀਆਂ 10ਵੇਂ ਪਾਤਸ਼ਾਹ ਨੇ ਵੀ ਹੁਣ ਮਸੰਦਾਂ ਦੀ ਲੋੜ ਨਹੀਂ। ਪਰ ਪਹਿਲਾਂ ਮਸੰਦਾਂ ਦੀ ਲੋੜ ਸੀਗੀ, ਮਸੰਦ ਪ੍ਰਚਾਰ ਕਰਦੇ ਸੀ ਜਾ ਕੇ ਦੇਸ਼ਾਂ ਪ੍ਰਦੇਸ਼ਾਂ ਵਿੱਚ,
ਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਸੀ, ਕਥਾ ਕੀਰਤਨ ਸੁਣਾਉਂਦੇ ਸੀ। ਫਿਰ ਉਹ ਜਿੰਨੀ ਸੰਗਤ ਦੀ ਮਾਇਆ ਹੁੰਦੀ ਸੀ ਦਸਵੰਧ ਇਕੱਠਾ ਕਰਕੇ ਗੁਰੂ ਸਾਹਿਬ ਕੋਲ ਪਹੁੰਚਾਉਂਦੇ ਸੀ। ਹਾਂਜੀ, ਪਹੁੰਚਾ ਹੈ ਗੁਰ ਤਨ ਲਿਆ ਬਿਲੰਦ। ਉਹ ਸਾਰੀ ਮਾਇਆ ਗੁਰੂ ਕੋਲ ਪਹੁੰਚਦੀ ਸੀ। ਗੁਰੂ ਸਾਹਿਬ ਉਸ ਮਾਇਆ ਨੂੰ ਧਰਮ ਦੇ ਕਾਰਜਾਂ ਤੇ, ਗੁਰੂ ਘਰ ਦੇ ਲੰਗਰਾਂ ਦੀ, ਗੁਰਦੁਆਰਿਆਂ ਦੀਆਂ ਬਿਲਡਿੰਗਾਂ ਦੀ ਸੇਵਾ, ਗਰੀਬ ਗੁਰਬੇ ਦੀ ਮਦਦ, ਜਿਹੜੇ ਵੀ ਕੰਮ ਸੀ ਸੱਚੇ ਪਾਤਸ਼ਾਹ ਭਲਾਈ ਦੇ ਸੰਗਤ ਦੀ ਮਾਇਆ ਨਾਲ ਕਰਦੇ ਸਨ। ਕੇਚਤ ਲੱਛ ਦਰਬ ਲੈ ਆਵੈ। ਕਈ ਲੱਖਾਂ ਰੁਪਈਆ ਆਉਂਦਾ ਸੀ, ਲੱਖਾਂ ਰੁਪਈਏ ਦਾ ਚੜਾਵਾ ਮਹਾਰਾਜ ਦੇ ਖਜ਼ਾਨੇ 'ਚ ਚੜ੍ਹਦਾ ਸੀ। ਕਿਤਕ ਹਜ਼ਾਰਨ ਕਰ ਇਕ ਥਾਵੈ। ਕੋਈ ਲੱਖ ਰੁਪਈਆ ਇਕੱਠਾ ਕਰਕੇ ਲਿਆਉਂਦਾ, ਕੋਈ 1000 ਲਿਆਉਂਦਾ। ਹਜ਼ਾਰਾਂ ਲੱਖਾਂ ਦੀ ਮਹਾਰਾਜ ਦੇ ਗੋਲਕ ਦੇ ਵਿੱਚ ਆਮਦਨ ਸੀ। ਖਸ਼ਟ ਮਾਸ ਮਹਿ ਕੋ ਚਲ ਆਏ। ਕੋਈ 6 ਮਹੀਨੇ ਬਾਅਦ ਆ ਜਾਂਦਾ ਸੀ। ਵਿਸਾਖੀ ਤੇ ਵੀ ਮੱਥਾ ਟੇਕ ਗਿਆ, ਫਿਰ ਦੀਵਾਲੀ ਤੇ ਫਿਰ ਆਉਣਾ ਹੈ। ਮਾਲਵੇ ਵਾਲੇ, ਮਾਝੇ ਵਾਲੇ, ਦੁਆਬੇ ਵਾਲੇ ਇਹ ਤਾਂ 6 ਮਹੀਨੇ ਬਾਅਦ ਆ ਹੀ ਜਾਂਦੇ ਸੀ। ਜਿਹੜੇ ਦੂਰ ਦੇਸ਼ 'ਚ ਰਹਿੰਦੇ, ਮੰਨ ਲਓ ਕੋਈ ਬਲਖ ਬੁਖਾਰੇ ਤੋਂ, ਕੋਈ ਮੁਲਤਾਨ ਤੋਂ, ਕੋਈ ਹੋਰ ਪਰਿਓਂ, ਉਹ ਜਿਹੜੇ ਸਾਲ ਪਿੱਛੋਂ ਆ ਜਾਂਦੇ ਸੀ। ਆਉਂਦੇ ਜ਼ਰੂਰ ਸੀ ਸਿੱਖ। ਹਾਂਜੀ, ਕੋ ਸੰਮਤ ਮਹਿ ਤਨ ਪਹੁੰਚਾਏ। ਕੋਈ ਸਾਲ ਪਿੱਛੋਂ ਦਸਵੰਧ ਇਕੱਠਾ ਕਰਕੇ ਗੁਰੂ ਘਰ ਪਹੁੰਚਾਉਂਦਾ ਸੀ ਤੇ ਕੋਈ 6 ਮਹੀਨਿਆਂ ਬਾਅਦ ਹੀ ਆ ਜਾਂਦਾ ਸੀ। ਰਹਿ ਮਸੰਦ ਹਜ਼ਾਰੋ ਦੇਸ਼। ਮਹਾਰਾਜ ਦੇ ਮਸੰਦ ਸਾਰੇ ਮੁਲਕ 'ਚ ਫੈਲੇ ਹੋਏ ਸਨ। ਹਜ਼ਾਰਾਂ ਹੀ ਮਸੰਦ ਸਨ ਜਿਨ੍ਹਾਂ ਨੂੰ ਗੁਰੂ ਘਰ ਵੱਲੋਂ ਹੁਕਮਨਾਮੇ ਮਿਲੇ ਹੋਏ ਸਨ। ਉਹ ਸੰਗਤਾਂ ਵਿੱਚ ਸਿੱਖੀ ਦਾ ਪ੍ਰਚਾਰ ਵੀ ਕਰਦੇ ਸਨ ਤੇ ਸੰਗਤਾਂ ਦੀ ਮਾਇਆ ਵੀ ਇਕੱਠੀ ਕਰਕੇ ਉਹੀ ਲਿਆਉਂਦੇ ਸਨ। ਲੈ ਸੰਗਤ ਤੇ ਦਰਬ ਵਿਸ਼ੇਸ਼। ਉਹ ਸਾਰੀ ਮਾਇਆ ਸੰਗਤ ਦੀ ਇਕੱਠੀ ਕਰਦੇ ਸਨ, ਮਸੰਦ ਇਕੱਠੀ ਕਰਦੇ ਸਨ। ਗੁਰ ਟਿਗ ਸੋ ਪਹੁੰਚਾਵਹਿ ਆਏ। ਉਹ ਮਾਇਆ ਲਿਆ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਕਰ ਦਿੰਦੇ ਸਨ। ਵਸਤ ਅਮੋਲਕ ਲੈ ਅਰਪਾਏ। ਔਰ ਵਧੀਆ ਵਧੀਆ ਕੀਮਤੀ ਭੇਟਾਵਾਂ ਗੁਰੂ ਸਾਹਿਬ ਨੂੰ ਅਰਪਣ ਕਰਦੇ ਸਨ। ਜਹਾਂ ਜਹਾਂ ਸਿੱਖ ਸੰਗਤ ਕੋਏ। ਜਿੱਥੇ ਜਿੱਥੇ ਗੁਰੂ ਕੀਆਂ ਸਿੱਖ ਸੰਗਤਾਂ ਰਹਿੰਦੀਆਂ ਸਨ, ਜਿੱਥੇ ਜਿੱਥੇ ਕੋਈ ਗੁਰੂ ਕਾ ਸਿੱਖ ਰਹਿੰਦਾ ਸੀ, ਸਿਮਰੇ ਗੁਰੂ ਸਹਾਇਕ ਹੋਏ। ਉੱਥੇ ਗੁਰੂ ਮਹਾਰਾਜ ਉਹਨਾਂ ਦੀ ਸਹਾਇਤਾ ਵੀ ਕਰਦੇ ਸੀ। ਇਹ ਨਹੀਂ ਵੀ ਗੁਰੂ ਸਿਰਫ ਭੇਟਾ ਲੈਣ ਜੋਗਾ ਹੀ ਸੀ। ਅੱਜ ਕੱਲ੍ਹ ਵੀ ਮੇਰੇ ਵਰਗੇ ਬੜੇ ਬਾਬੇ ਬਣ ਗਏ, ਗੁਰੂ ਬਣ ਗਏ, ਪਰ ਕਿਸੇ ਸਿੱਖ ਦੀ ਸਹਾਇਤਾ ਤਾਂ ਨਹੀਂ ਕਰ ਸਕਦੇ। ਮੱਖਣ ਸ਼ਾਹ ਦਾ ਡੁੱਬਦਾ ਜਹਾਜ਼ ਬੰਨੇ ਲਾਣਾ ਹੋਵੇ ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਕਰ ਸਕਦੇ ਆ। ਸਾਡੇ ਵਰਗੇ ਬਾਬੇ ਥੋੜ੍ਹਾ ਕਰ ਸਕਦੇ। ਸਾਡੇ ਵਿੱਚ ਤਾਂ ਆਪਣਾ ਆਪ ਨਹੀਂ ਬਚਾ ਸਕਦੇ। ਪੂਰਾ ਗੁਰੂ ਚਾਹੀਦਾ, ਹਰ ਤਰ੍ਹਾਂ ਨਾਲ ਪੂਰਾ। ਗਿਆਨ ਵਿੱਚ ਵੀ ਸਤਿਗੁਰੂ ਪੂਰੇ, ਭਗਤੀ ਵਿੱਚ ਵੀ ਸਤਿਗੁਰੂ ਪੂਰੇ, ਸ਼ੁਭ ਕਰਮਾਂ ਵਿੱਚ ਵੀ ਸਤਿਗੁਰੂ ਪੂਰੇ, ਕਰਾਮਾਤੀਆਂ ਰਿੱਧੀਆਂ ਸਿੱਧੀਆਂ ਦੀ ਪਾਵਰਾਂ ਦੇ ਨਾਲ ਵੀ ਪੂਰੇ। ਜਿਹੜੇ ਹਰ ਤਰ੍ਹਾਂ ਨਾਲ ਪੂਰੇ ਸਤਿਗੁਰੂ ਆਪਣੇ ਸਿੱਖਾਂ ਨੂੰ ਵਿਘਨਾਂ ਤੋਂ ਬਚਾ ਲੈਂਦੇ ਹਨ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨ ਪਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਐਸੇ ਸਤਿਗੁਰੂ ਦੀਨ ਦਿਆਲ, ਸਿੱਖਾਂ ਦੀ ਲੋਕ ਪਰਲੋਕ ਦੀ ਸਹਾਇਤਾ ਕਰਨ ਵਾਲੇ ਸਤਿਗੁਰੂ, ਜਿੱਥੇ ਵੀ ਕਿਸੇ ਸਿੱਖ ਤੇ ਔਕੜ ਆਉਂਦੀ, ਕੋਈ ਸਿੱਖ ਅਰਦਾਸ ਕਰਦਾ, ਮਹਾਰਾਜ ਉੱਥੇ ਹੀ ਉਹਦੇ ਜਾ ਕੇ ਬਾਂਹ ਬੇਲੀ ਬਣ ਜਾਂਦੇ ਹਨ। ਬਿਘਨ ਅਨੇਕ ਰੀਤ ਕੇ ਟਾਰਾ ਹੈ। ਜਿਹੜੇ ਅਨੇਕਾਂ ਤਰ੍ਹਾਂ ਦੇ ਵਿਘਨ ਪੈਂਦੇ ਨਾ, ਮਹਾਰਾਜ ਉਹਨਾਂ ਵਿਘਨਾਂ ਨੂੰ ਟਾਲ ਦਿੰਦੇ ਹਨ। ਪੁਨ ਰੱਛਾ ਪਰਲੋਕ ਸੁਧਾਰ ਹੈ। ਫਿਰ ਸਤਿਗੁਰੂ ਜੀ ਆਪਣੇ ਸਿੱਖਾਂ ਦੀ ਪਰਲੋਕ ਵਿੱਚ ਵੀ ਰਾਖੀ ਕਰਨਗੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਮਹਾਰਾਜ ਆਪਣੇ ਸੇਵਕਾਂ ਦੀ ਇੱਥੇ ਤਾਂ ਸਹਾਇਤਾ ਕਰਦੇ ਹੀ ਹੈ, ਅੱਗੇ ਜਮਾਂ ਤੋਂ ਵੀ ਛੁਡਾ ਲੈਂਦੇ ਹਨ। ਨਿਤ ਨਵੀਨ ਮਹਿਮਾ ਅਧਿਕਾਏ। ਮਹਾਰਾਜ ਦੀ ਮਹਿਮਾ ਨਿਤ ਨਵੀਂ ਸੁਣਾਈ ਦਿੰਦੀ ਹੈ। ਹਰ ਸਿੱਖ ਦਾ ਨਿਤ ਨਵਾਂ ਤਜਰਬਾ ਹੁੰਦਾ। ਕੋਈ ਕਹਿੰਦਾ ਮੇਰੀ ਇਹ ਅਰਦਾਸ ਪੂਰੀ ਗੁਰੂ ਨੇ ਕੀਤੀ, ਕੋਈ ਕਹਿੰਦਾ ਮੇਰਾ ਆਹ ਕਾਰਜ ਗੁਰੂ ਨੇ ਪੂਰਾ ਕੀਤਾ। ਜੋ ਜੋ ਸਿੱਖ ਮੰਗਦੇ ਹਨ, ਜਿੱਥੇ ਜਿੱਥੇ ਗੁਰੂ ਨੂੰ ਯਾਦ ਕਰਦੇ ਹਨ, ਉੱਥੇ ਹੀ ਗੁਰੂ ਉਹਨਾਂ ਦੀ ਸਹਾਇਤਾ ਲਈ ਅੱਪੜ ਜਾਂਦਾ ਹੈ। ਇਸ ਕਰਕੇ ਫਿਰ ਉਹ ਸਿੱਖ ਗੁਰੂ ਦੀ ਮਹਿਮਾ ਕਰਦੇ ਆ। ਸਾਧ ਸੰਗਤ ਜੀ, ਕੰਮ ਤਾਂ ਸਾਡੇ ਵੀ ਗੁਰੂ ਕਰਦਾ ਹੈ, ਪਰ ਅਸੀਂ ਗੁਰੂ ਦਾ ਪ੍ਰਚਾਰ ਨਹੀਂ ਕਰਦੇ। ਅੱਜ ਆਪਾਂ ਜਿੰਨੇ ਵੀ ਇੱਥੇ ਬੈਠੇ ਹਾਂ, ਆਪਣੇ ਅੰਦਰ ਝਾਤੀ ਮਾਰੀਏ, ਕੀ ਗੁਰੂ ਨੇ ਸਾਡੀ ਅਰਦਾਸ ਸੁਣੀ ਨਹੀਂ ਕਦੀ? ਬੜੀ ਵਾਰੀ ਸੁਣੀ ਹੈ, ਬੜੀ ਵਾਰੀ ਗੁਰੂ ਨੇ ਸੁਣੀ, ਪਰ ਅਸੀਂ ਸੜੇ ਮੂੰਹ ਨਾਲ ਕਦੀ ਕਿਸੇ ਨੂੰ ਦੱਸਿਆ ਵੀ ਸਾਡਾ ਗੁਰੂ ਸਾਡੇ ਕਾਜ ਰਾਸ ਕਰਦਾ? ਨਹੀਂ ਦੱਸਦੇ।
ਜਿਹਦਾ ਖਾਈਏ ਉਹਦਾ ਗਾਈਏ। ਇਹ ਗੱਲ ਯਾਦ ਰੱਖੋ, ਜਿਹਦਾ ਖਾਈਏ ਉਹਦਾ ਗਾਈਏ। ਆਪਾਂ ਗੁਰੂ ਤੋਂ ਬਖਸ਼ਾ ਲੈਂਦੇ ਆ, ਦੁਨੀਆ ਨੂੰ ਦਸੀਏ। ਆਓ ਭਾਈ, ਇਸ ਦਰ ਤੇ ਜੋ ਮੰਗੋਗੇ ਮਿਲੇਗਾ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਦੱਸੋ, ਸਾਨੂੰ ਸ਼ਰਮ ਆਉਂਦੀ, ਸਾਡਾ ਵਿਸ਼ਵਾਸ ਨਹੀਂ ਗੁਰੂ ਉੱਤੇ। ਇਹ ਗੱਲ ਤੇ ਹੁਣ ਪ੍ਰਚਾਰਕ ਵੀ ਨਹੀਂ ਦੱਸਦੇ ਵੀ ਗੁਰੂ ਅਰਦਾਸਾਂ ਸੁਣਦਾ ਹੈ, ਗੁਰੂ ਮਨੋਕਾਮਨਾ ਪੂਰੀਆਂ ਕਰਦਾ ਹੈ, ਗੁਰੂ ਦੁੱਖਾਂ ਨੂੰ ਕੱਟਦਾ ਹੈ, ਗੁਰੂ ਸੁੱਖਾਂ ਦਾ ਦਾਤਾ ਹੈ। ਕਿਉਂ? ਅਸੀਂ ਲੱਗ ਪਏ ਸਾਇੰਸ ਦੇ ਮਗਰ, ਕਿਉਂਕਿ ਸਾਇੰਸ ਇਹਨਾਂ ਗੱਲਾਂ ਨੂੰ ਮੰਨਦੀ ਨਹੀਂ। ਅਤੇ ਆਪਾਂ ਕਹਿੰਦੇ ਗੁਰਮਤਿ ਦੇ ਅਸੂਲ ਵੀ ਆਪਾਂ ਬਦਲ ਲਈਏ। ਨਹੀਂ ਭਾਈ, ਗੁਰੂ ਦੇ ਅਸੂਲ ਉਹੀ ਰਹਿਣੇ ਆ ਜੋ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ 'ਚ ਆਏ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨ। ਜੋ ਜੋ ਸਿੱਖ ਅਰਦਾਸ ਕਰਦੇ ਗੁਰੂ ਪੂਰੀ ਕਰਦਾ, ਫਿਰ ਉਹ ਸਿੱਖ ਦੂਜਿਆਂ ਨੂੰ ਦੱਸਦੇ ਆ। ਕਹਿੰਦੇ ਭਾਈ ਮੇਰਾ ਇਹ ਕੰਮ ਸੀ, ਗੁਰੂ ਦੇ ਚਰਨਾਂ 'ਚ ਜਾ ਕੇ ਪੂਰਾ ਹੋ ਗਿਆ, ਤੂੰ ਵੀ ਚੱਲ, ਤੇਰਾ ਵੀ ਹੋ ਜਾਏਗਾ। ਇੱਦਾਂ ਪ੍ਰੇਰ ਕੇ ਸਿੱਖ ਗੁਰੂ ਕੋਲ ਲੈ ਕੇ ਆਉਂਦੇ ਹਨ। ਸਾਗਰ ਕੇ ਟਾਪੂ ਲੱਗ ਜਾਏ। ਸਮੁੰਦਰ ਦੇ ਟਾਪੂ, ਸ੍ਰੀਲੰਕਾ, ਸਿੰਗਲਾ ਦੀਪ, ਅੰਡੇਮਾਨ ਨਿਕੋਬਾਰ, ਜਿਹੜੇ ਹੋਰ ਛੋਟੇ ਛੋਟੇ ਟਾਪੂ ਹਨ ਜਿੱਥੇ ਸੰਗਤਾਂ ਰਹਿੰਦੀਆਂ ਹਨ। ਸਿੱਖੀ ਗੁਰ ਕੀ ਦੇਸ਼ ਵਿਦੇਸ਼। ਉਹਨਾਂ ਟਾਪੂਆਂ ਵਿੱਚ ਵੀ ਗੁਰੂ ਦੀ ਸਿੱਖੀ, ਦੇਸ਼ਾਂ ਵਿਦੇਸ਼ਾਂ 'ਚ ਗੁਰੂ ਦੀ ਸਿੱਖੀ ਹੈ। ਸ਼ੁਭ ਮਾਰਗ ਨਰ ਲਗੇ ਵਿਸ਼ੇਸ਼। ਸਾਰੇ ਲੋਕ ਸ਼ੁਭ ਮਾਰਗ ਤੇ ਚੱਲ ਰਹੇ ਹਨ। ਰਾਤ ਪਾਛਲੀ ਕਰਨ ਇਸ਼ਨਾਨ। ਤੇ ਸਿੱਖੀ ਦਾ ਅਸੂਲ ਕੀ ਦੱਸਦੇ ਆ ਮਹਾਰਾਜ? ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਪਿਛਲੀ ਰਾਤ ਜ਼ਰੂਰੀ ਉੱਠਣਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ 2:30 ਵਜੇ, 2 ਵਜੇ, 3 ਵਜੇ ਉੱਠ ਕੇ ਇਸ਼ਨਾਨ ਕਰਨਾ, ਇਹ ਮਰਜ਼ਾਦਾ ਜ਼ਰੂਰੀ ਦੱਸੀ ਹੈ। ਸੋ ਗੁਰੂ ਕੇ ਸਿੱਖ ਇਹਦੇ ਪਹਿਰਾ ਦਿੰਦੇ ਹਨ। ਸਿਮਰਨ ਪ੍ਰਭ ਕੋ ਦੇ ਬਹਦਾਨ। ਤੇ ਮਹਾਰਾਜ ਜਿੱਥੇ ਇਸ਼ਨਾਨ ਦੀ ਮਰਿਆਦਾ ਦੱਸਦੇ ਹਨ, ਉੱਥੇ ਨਾਮ ਜਪਣ ਦਾ। ਇਹ ਨਹੀਂ ਵੀ ਇਸ਼ਨਾਨ ਕਰਕੇ ਬਹਿ ਜਾਣਾ, ਨਾਮ ਵੀ ਜਪਣਾ। ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ, ਨਾਮ ਜਪਦੇ ਹਨ। ਕਰੈ ਨੇਮ ਗੁਰਬਾਣੀ ਪੜੈ। ਫਿਰ ਬੜੇ ਪ੍ਰੇਮ ਨਾਲ, ਨੇਮ ਨਾਲ ਸਿੱਖ ਬਾਣੀ ਪੜ੍ਹਦੇ ਹਨ। ਗੁਰ ਕੇ ਪ੍ਰੇਮ ਛੇਮ ਕੋ ਬੜੈ। ਜਿਉਂ ਜਿਉਂ ਗੁਰੂ ਦਾ ਪ੍ਰੇਮ ਵੱਧਦਾ ਜਾਂਦਾ, ਸਿੱਖੀ ਦਾ ਪ੍ਰੇਮ ਵੱਧਦਾ ਜਾਂਦਾ ਹੈ, ਫਿਰ ਮੁਕਤੀ ਵਾਲੇ ਪਾਸੇ ਨੂੰ ਧਿਆਨ ਜਾਂਦਾ ਵੀ ਮੈਂ ਦੁਨੀਆ 'ਤੇ ਕਿਉਂ ਆਇਆ ਹਾਂ, ਇੱਥੋਂ ਜਾਣਾ ਵੀ ਹੈ। ਇਹ ਮੇਰਾ ਪੱਕਾ ਟਿਕਾਣਾ ਨਹੀਂ, ਇਹ ਤਾਂ ਮੇਰਾ ਇਹ ਦੁਨੀਆ ਦੇ ਵਿੱਚ ਟੂਰ ਹੀ ਹੈ। ਮੈਂ ਯਾਤਰਾ ਕਰਕੇ ਆਪਣਾ ਟੂਰ ਪੂਰਾ ਕਰਕੇ ਚਲੇ ਜਾਣਾ। ਫਿਰ ਉਹ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਆ। ਬਾਣੀ ਵਿੱਚੋਂ ਉਹਨਾਂ ਨੂੰ ਸੋਝੀ ਆਉਂਦੀ ਹੈ, ਅੱਗਾ ਨੇੜੇ ਆਇਆ ਪਿੱਛਾ ਰਿਹਾ ਦੂਰ। ਵੀ ਹੁਣ ਅੱਗਾ ਨੇੜੇ ਆ ਗਿਆ, ਮੌਤ ਨੇੜੇ ਆ ਰਹੀ ਹੈ, ਪਿੱਛਾ ਦੂਰ ਰਹਿ ਗਿਆ। ਨਾਮ ਜਪੀਏ, ਆਪਣੇ ਸਵਾਸਾਂ ਦਾ ਭਲਾ ਕਰੀਏ। ਇਉਂ ਫਿਰ ਗੁਰੂ ਦੇ ਸਿੱਖ ਜਿਹੜੇ ਹਨ ਆਪਣੀ ਮੁਕਤੀ ਵਾਸਤੇ ਯਤਨ ਕਰਦੇ ਹਨ। ਕੇਤਕ ਮਾਸ ਬਾਸ ਕੋ ਕਰਿਓ। ਕੁਝ ਮਹੀਨੇ ਸਤਿਗੁਰੂ ਜੀ ਕਰਤਾਰਪੁਰ 'ਚ ਰਹੇ ਹਨ। ਮਿਲ ਮਿਲ ਗੁਰ ਸ਼ੁਭ ਮਗ ਜਗ ਪਰਿਓ। ਮਹਾਰਾਜ ਨੇ ਬਹੁਤ ਸੰਗਤਾਂ ਤਾਰੀਆਂ। ਜਲੰਧਰ ਦੇ ਇਲਾਕੇ ਦੇ ਬਹੁਤ ਸਾਰੇ ਸਿੱਖ ਬ੍ਰਹਮ ਗਿਆਨੀ ਬਣਾ ਤੇ ਸ਼ੁਭ ਮਾਰਗ 'ਤੇ ਚੱਲਣ ਲੱਗ ਪਏ, ਜੀਵਨ ਬਦਲ ਗਏ। ਕਈਆਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾੜੇ ਕੰਮ ਛੁਡਾ ਕੇ ਸ਼ੁਭ ਕਰਮਾਂ 'ਚ ਲਾ ਦਿੱਤਾ। ਮੇਲਾ ਬਹਰ ਬਸੋਏ ਕੇਰਾ। ਫਿਰ ਵਿਸਾਖੀ ਦਾ ਮੇਲਾ ਆ ਗਿਆ। ਵਿਸਾਖੀ ਦਾ ਮੇਲਾ ਤੀਸਰੇ ਪਾਤਸ਼ਾਹ ਨੇ ਗੋਇੰਦਵਾਲ ਸ਼ੁਰੂ ਕੀਤਾ ਸੀ ਭਾਈ ਪਾਰੋ ਜੀ ਦੇ ਕਹਿਣ 'ਤੇ। ਉਦੋਂ ਦਾ ਇਹ ਮੇਲਾ ਗੁਰੂ ਸਾਹਿਬ ਜਿੱਥੇ ਵੀ ਜਾਂਦੇ ਉੱਥੇ ਹੀ ਲੱਗਦਾ ਹੈ। ਚੌਹਦਸ਼ ਤੇ ਆਗਮਨ ਕਨੇਰਾ। ਹੁਣ ਮਹਾਰਾਜ ਕਰਤਾਰਪੁਰ 'ਚ ਬੈਠੇ ਹਨ, ਇਸ ਕਰਕੇ ਵਿਸਾਖੀ ਦਾ ਮੇਲਾ ਕਰਤਾਰਪੁਰ ਭਰੇਗਾ। ਸਾਰੀਆਂ ਸੰਗਤਾਂ ਕਰਤਾਰਪੁਰ ਵੱਲ ਚੱਲ ਪਈਆਂ। ਲਗ ਸਤ ਭਗਤੂ ਕੋ ਚੱਲ ਆਇਓ। ਤੇ ਭਾਈ ਭਗਤੂ ਜਿਨ੍ਹਾਂ ਦੇ ਪੁੱਤਰ ਭਾਈ ਗੋਰਾ ਜੀ ਹੁਣੇ ਮਹਾਰਾਜ ਕੋਲੋਂ ਗਏ ਨੇ। ਗੋਰੇ ਤੋਂ ਛੋਟਾ ਸੀ ਜੀਵਨ। ਇਹ 2 ਪੁੱਤਰ ਸਨ, ਵੱਡਾ ਗੋਰਾ ਸੀਗਾ, ਛੋਟਾ ਜੀਵਨ ਸੀ। ਇਹ ਬੜਾ ਭਗਤੀ ਭਾਵਨਾ ਵਾਲਾ ਗੁਰਸਿੱਖ ਕਮਾਈ ਵਾਲਾ ਮਹਾਂਪੁਰਸ਼ ਹੋਇਆ ਹੈ। ਅੰਤਰਾਤਮਾ ਇਹਦੀ ਬੜੀ ਪਵਿੱਤਰ ਹੋਈ ਹੈ, ਬੜੀ ਨਿਰਮਲ ਆਤਮਾ ਸੀ ਭਾਈ ਜੀਵਨ। ਇਹ ਗੁਰੂ ਸਾਹਿਬ ਦੇ ਦਰਸ਼ਨਾਂ ਲਈ
ਸ੍ਰੀ ਕਰਤਾਰਪੁਰ ਸਾਹਿਬ ਆਇਆ ਹੈ। ਜਿਸ ਕੋ ਜੀਵਨ ਨਾਮ ਸੁਹਾਇਓ। ਇਹ ਭਾਈ ਗੋਰੇ ਦਾ ਭਾਈ ਸੀ, ਭਾਈ ਭਗਤੂ ਦਾ ਪੁੱਤਰ ਸੀ, ਮਾਈ ਭਿੱਖਾਂ ਦਾ ਪੋਤਾ ਸੀ। ਭਾਈ ਜੀਵਨ ਦਾ ਨਾਮ ਸੀ। ਹਾਂਜੀ, ਗੌਰਾ ਵੱਡੋ ਰਾਜ ਸੀ ਲੱਛਣ। ਇਹ ਜਿਹੜਾ ਵੱਡਾ ਭਾਈ ਸੀ ਇਹਦਾ ਗੋਰਾ, ਉਹ ਰਾਜਿਆਂ ਵਾਲੀ ਬਿਰਤੀ ਰੱਖਦਾ ਸੀ। ਉਹ ਰਾਜਨੀਤਿਕ ਬੰਦਾ ਸੀ, ਫੌਜਾਂ ਰੱਖੀਆਂ ਸੀ, ਸ਼ਸਤਰ ਰੱਖੇ ਸੀ, ਘੋੜੇ ਰੱਖੇ ਸੀ। ਗੁਰੂ ਦੀ ਬਖਸ਼ਿਸ਼ ਦੇ ਨਾਲ ਉਹਨੇ ਬਠਿੰਡੇ ਦੇ ਇਲਾਕੇ 'ਚ ਆਪਣਾ ਰਾਜ ਕਾਇਮ ਕੀਤਾ ਸੀ। ਤੇ ਗੋਰਾ ਜਿਹੜਾ ਸੀ ਉਹ ਤਾਂ ਰਾਜਸੀ ਲੱਛਣਾਂ ਵਾਲਾ ਸੀ, ਤੇ ਜੀਵਨ ਜਿਹੜਾ ਸੀ ਇਹ ਸਾਧੂ ਬਿਰਤੀ ਵਾਲਾ ਸੀ। ਹਾਂਜੀ, ਇਸ ਕੋ ਸੰਤ ਸੁਭਾਵ ਵਿਚਛਣ। ਭਾਈ ਜੀਵਨ ਦਾ ਸੰਤਾਂ ਵਾਲਾ ਸੁਭਾਅ ਸੀ, ਇਹ ਰਾਜਨੀਤਿਕ ਬੰਦਾ ਨਹੀਂ ਸੀ। ਹਾਂਜੀ, ਸੰਗ ਬਿਰਾੜ ਸੰਗਤਾ ਕੇਈ। ਨਾਲ ਇਹਦੇ ਬਰਾੜ ਵੀ ਬੜੇ ਆਏ ਮਾਲਵੇ ਦੀ ਬੜੀ ਸੰਗਤ ਕਰਤਾਰਪੁਰ ਆ ਗਈ। ਗੁਰੂ ਦਰਸ ਕੋ ਪਹੁੰਚੇ ਤੇਈ। ਸਾਰੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਹਨ। ਸੋ ਸਾਧ ਸੰਗਤ ਜੀ, ਭਾਈ ਗੋਰੇ ਨੇ, ਭਾਈ ਜੀਵਨ ਨੇ ਇੱਥੇ ਆ ਕੇ ਆਪਣੇ ਸਵਾਸ ਦਿੱਤੇ ਸਨ। ਭਾਈ ਭਗਤੂ ਜੀ ਨੇ ਵੀ ਇੱਥੇ ਹੀ ਚਾਲਾ ਮਾਰਿਆ ਸੀ ਸੱਚਖੰਡ ਨੂੰ। ਕਰਤਾਰਪੁਰ ਸਾਹਿਬ ਵੀ ਉਹਨਾਂ ਦੀ ਸਮਾਧ ਬਣੀ ਸੀ। ਤੇ ਉਹਨਾਂ ਦੇ ਪੁੱਤਰ ਭਾਈ ਜੀਵਨ ਜੀ ਵੀ ਜਵਾਨੀ ਦੀ ਉਮਰ ਵਿੱਚ ਹੀ, ਥੋੜ੍ਹੀ ਉਮਰ ਦੇ ਵਿੱਚ ਹੀ ਕਰਤਾਰਪੁਰ ਸਾਹਿਬ ਚੋਲਾ ਛੱਡ ਗਏ ਸਨ। ਇੱਕ ਬ੍ਰਾਹਮਣ ਦਾ ਪੁੱਤਰ ਜਿੰਦਾ ਹੋ ਗਿਆ ਸੀ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।